ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨ ਆਵਈ ਤਾਂ ਵਾਤ ਨ ਪੁੱਛੈ ਕੇ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ। ਗੁਣਵੰਤਿਆਂ ਗੁਣ ਦੇ ਤੇਹਾ ਕੋਇ ਨ ਸੁਝਈ, ਜੇ ਤਿਸ ਗੁਣ ਕੋਇ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਜਪ ਬਾਣੀ ਦੀ 7 ਨੰਬਰ ਪੌੜੀ ਦਾ ਪਾਠ ਬੜੇ ਪਿਆਰ ਦੇ ਨਾਲ ਟਿਕਾ ਨਾਲ ਬੈਠ ਕੇ ਸਰਵਣ ਕੀਤਾ ਹੈ। ਜਿਵੇਂ ਕਿ ਆਪਾਂ ਲੜੀਵਾਰ ਜਪ ਬਾਣੀ ਦੀ ਵਿਚਾਰ ਵਿੱਚ 6 ਨੰਬਰ ਪੌੜੀ ਤੱਕ ਆਪਾਂ ਵਿਚਾਰ ਸਰਵਣ ਕਰ ਚੁੱਕੇ ਹਾਂ ਅਤੇ ਗੁਰਦੇਵ ਪਿਤਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਇਸ ਬਾਣੀ ਵਿੱਚ ਸਾਨੂੰ ਉਸ ਮਾਲਕ ਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਤੁਰਨ ਦੀ ਪ੍ਰੇਰਨਾ ਬਖਸ਼ਿਸ਼ ਕੀਤੀ ਹੈ। ਉਸ ਮਾਲਕ ਦੇ ਹੁਕਮ ਦੇ ਵਿੱਚ ਤੁਰ ਕੇ ਆਪਣੇ ਜੀਵਨ ਨੂੰ ਸੁਚੱਜਾ ਬਣਾਉਣ ਦਾ ਗਿਆਨ ਬਖਸ਼ਿਸ਼ ਕੀਤਾ ਹੈ, ਉਹ ਆਪਾਂ ਪਿਛਲੀਆਂ ਪੌੜੀਆਂ ਵਿੱਚ ਸਮਝ ਕੇ ਆਏ ਹਾਂ। ਜਿਵੇਂ ਆਪਾਂ 5 ਅਤੇ 6 ਨੰਬਰ ਦੀ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਇਸ ਉਪਦੇਸ਼ ਨੂੰ ਸਮਝਿਆ ਹੈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੇ ਗੁਰੂ, ਮੈਨੂੰ ਇੱਕ ਗੱਲ ਸਮਝਾ ਦਿਓ, ਮੇਰੀ ਸੁਰਤ ਵਿੱਚ ਟਿਕਾ ਦਿਓ ਕਿ ਜੋ ਸਭ ਗੁਣਾਂ ਦਾ ਮਾਲਕ ਅਕਾਲ ਪੁਰਖ ਹੈ, ਮੈਂ ਉਸ ਨੂੰ ਭੁੱਲ ਨਾ ਜਾਵਾਂ, ਮੈਂ ਉਸ ਨੂੰ ਵਿਸਾਰ ਨਾ ਦੇਵਾਂ। ਕਿਉਂਕਿ ਪਹਿਲੀ ਪੌੜੀ ਵਿੱਚ ਹੁਕਮ ਦੀ ਰਜ਼ਾ ਵਿੱਚ ਤੁਰਨ ਦੀ ਗੱਲ, ਦੂਜੀ ਪੌੜੀ ਵਿੱਚ ਵੀ ਉਸੇ ਹੁਕਮ ਨੂੰ ਬਿਆਨ ਕੀਤਾ, ਤੀਜੀ ਪੌੜੀ ਵਿੱਚ ਵੀ ਉਸੇ ਹੁਕਮ ਰਜ਼ਾ ਦੀ ਗੱਲ ਕੀਤੀ। ਫਿਰ ਇਸ ਤੋਂ ਬਾਅਦ ਕਿਵੇਂ ਉਸ ਮਾਲਕ ਦੇ ਗੁਣ ਧਾਰਨ ਕਰਕੇ ਅਸੀਂ ਜੀਵਨ ਨੂੰ ਸੁਚੱਜਾ ਬਣਾਉਣਾ ਹੈ, ਮਾਲਕ ਜੀ ਉਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਫਰਮਾਉਂਦੇ ਹਨ ਕਿ ਉਹ ਮਾਲਕ ਗੁਣਾਂ ਦਾ ਖਜ਼ਾਨਾ ਹੈ। ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਨਾਨਕ ਨਿਰਗੁਣ ਗੁਣ ਕਰੇ। ਹੇ ਨਾਨਕ, ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਹੁੰਦਾ, ਉਹਨਾਂ ਵਿੱਚੋਂ ਮਾਲਕ ਜੀ ਗੁਣ ਪੈਦਾ ਕਰ ਦਿੰਦੇ ਹਨ, ਬਾਸ਼ਰਤ ਕੋਈ ਆਪਣੀ ਜ਼ਿੰਦਗੀ ਵਿੱਚੋਂ ਗੁਣ ਪੈਦਾ ਕਰਨਾ ਚਾਹੇ। ਯਾਦ ਰੱਖਣਾ, ਜਿਹੜੇ ਗੁਣ ਨੇ ਉਹ ਬਾਹਰੋਂ ਨਹੀਂ ਆਉਂਦੇ। ਜਦੋਂ ਅਸੀਂ ਗੁਣਾਂ ਦੀ ਗੱਲ ਕਰਦੇ ਹਾਂ ਵੀ ਫਲਾਣੇ ਦੇ ਜੀਵਨ ਵਿੱਚ ਗੁਣ ਪੈਦਾ ਹੋ ਗਏ, ਜਿਹੜੇ ਗੁਣ ਨੇ ਨਾ ਉਹ ਗੁਣ ਵਿੱਚੇ ਨੇ। ਜਿਵੇਂ ਦੁੱਧ ਵਿੱਚ ਘਿਓ ਪਹਿਲਾਂ ਹੀ ਮੌਜੂਦ ਸੀ, ਸਿਰਫ ਦੁੱਧ ਵਿੱਚੋਂ ਘਿਓ ਕੱਢਿਆ ਗਿਆ। ਇੱਦਾਂ ਹੀ ਮਾਲਕ ਦੇ ਜਿਹੜੇ ਗੁਣ ਨੇ ਨਾ, ਇਹਨੂੰ ਬਾਣੀ ਵਿੱਚ ਸੱਜਣ ਆਖਿਆ। ਜਦੋਂ ਅਸੀਂ ਬਾਣੀ ਦਾ ਵਾਕ ਪੜ੍ਹਦੇ ਹਾਂ ਵੀ ਚੇਤ ਗੋਬਿੰਦ ਅਰਾਧੀਏ ਹੋਵੇ ਆਨੰਦ ਘਣਾ, ਅਤੇ ਮਹਾਰਾਜ ਜਦੋਂ ਫੱਗਣ ਮਹੀਨੇ ਦੀ ਵਿਚਾਰ ਬਖਸ਼ਿਸ਼ ਕਰਦੇ ਨੇ, ਉੱਥੇ ਕਹਿੰਦੇ ਨੇ ਫਲਗੁਣ ਆਨੰਦ ਉਪਾਰਜਣਾ ਹਰ ਸੱਜਣ ਪ੍ਰਗਟੇ ਆਏ। ਤੋ ਪ੍ਰਗਟ ਉਹ ਚੀਜ਼ ਹੁੰਦੀ ਹੈ ਜਿਹੜੀ ਪਹਿਲਾਂ ਮੌਜੂਦ ਹੋਵੇ। ਇੱਥੇ ਮਹਾਰਾਜ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ। ਹੇ ਨਾਨਕ, ਜਿਨ੍ਹਾਂ ਵਿੱਚ ਕੋਈ ਗੁਣ ਨਹੀਂ, ਉਹਨਾਂ ਵਿੱਚ ਉਹ ਗੁਣ ਪੈਦਾ ਕਰ ਦਿੰਦਾ ਹੈ। ਕਿਹਨਾਂ ਵਿੱਚ? ਜਿਹੜੇ ਵਿਅਕਤੀ ਆਪਣੀ ਜੀਵਨ ਦੇ ਵਿੱਚ ਗੁਣ ਪੈਦਾ ਕਰਨ ਦੀ ਇੱਛਾ ਜ਼ਾਹਰ ਕਰਨ ਕਿ ਮੈਂ ਵਾਕਿਆ ਜ਼ਿੰਦਗੀ 'ਚ ਗੁਣ ਲੈ ਕੇ ਆਉਣੇ ਨੇ। ਕਿਉਂਕਿ ਆਪਾਂ ਕੱਲ੍ਹ ਦੀ ਪੌੜੀ ਵਿੱਚ ਵੀ ਇਹ ਵਿਚਾਰ ਸਰਵਣ ਕਰ ਚੁੱਕੇ ਸੀ ਕਿ ਜਿਹੜੇ ਗੁਣ ਨੇ ਉਹ ਮਨੁੱਖ ਦੀ ਜ਼ਿੰਦਗੀ ਦੇ ਵਿੱਚ, ਮਨੁੱਖ ਦੀ ਅਹਿਮੀਅਤ ਦੇ ਵਿੱਚ ਵਾਧਾ ਕਰਦੇ ਨੇ ਕਿ ਮਨੁੱਖ ਅਸਲ ਵਿੱਚ ਹੈ ਕੀ। ਕਿਉਂਕਿ ਹਰ ਚੀਜ਼ ਵਿੱਚ ਕੋਈ ਨਾ ਕੋਈ ਗੁਣ ਹੁੰਦਾ ਹੈ। ਮਾਈਕ ਹੀ ਹੈ, ਇਹ ਤੁਹਾਡੇ ਤੱਕ ਜ਼ਰੀਆ ਬਣ ਰਿਹਾ ਹੈ ਆਵਾਜ਼ ਪਹੁੰਚਾਉਣ ਦਾ। ਮੰਨ ਲਓ ਇਹ ਮਾਈਕ ਤੁਹਾਡੇ ਤੱਕ ਆਵਾਜ਼ ਨਾ ਪਹੁੰਚਾਏ ਤਾਂ ਇਸ ਮਾਈਕ ਨੂੰ ਹੁਣੇ ਆਪਾਂ ਸਾਈਡ 'ਤੇ ਕਰ ਦੇਵਾਂਗੇ। ਇਹ ਦੁਬਾਰਾ ਇੱਥੇ ਤਾਂ ਪਾਏਗਾ ਜੇ ਆਪਣੀ ਡਿਊਟੀ ਨਿਭਾ ਪਾਏਗਾ, ਪਾਵੇ 'ਚ ਇਹ ਗੁਣ ਹੋਏਗਾ। ਅਤੇ ਜਿਵੇਂ ਦੁਨਿਆਵੀ ਹਰ ਚੀਜ਼ ਵਿੱਚ ਕੋਈ ਨਾ ਕੋਈ ਗੁਣ ਦਾ, ਇੱਦਾਂ ਹੀ ਮਨੁੱਖ ਦੇ ਵਿੱਚ ਵੀ ਗੁਣ ਹੈ। ਇਹ ਗੁਣਾਂ ਕਰਕੇ ਹੀ ਮਨੁੱਖ ਦੀ ਕਦਰ ਹੈ। ਤੋ ਗੁਰੂ ਸਾਹਿਬ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਗੁਰਦੇਵ ਨੇ ਗੁਣਾਂ ਨੂੰ ਸੱਜਣ ਆਖਿਆ। ਸੱਜਣ ਸਈ ਨਾਲ ਮੈਂ, ਚਲਦਿਆਂ ਨਾਲ ਚੱਲਣ। ਕਿੱਥੇ ਨਾਲ ਚੱਲਣ ਜੀ? ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਣ। ਜਦੋਂ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ ਅਤੇ ਜ਼ਿੰਦਗੀ ਜਿਉਣ ਵਿੱਚ ਗੁਣ ਕੰਮ ਆਉਣੇ ਨੇ।
ਔਗਣ ਨਹੀਂ। ਔਗਣਾਂ ਨੇ ਤਾਂ ਮਨੁੱਖ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨ ਵਾਸਤੇ ਮਜਬੂਰ ਕਰ ਦੇਣਾ। ਗੁਣ ਐਸੇ ਸੱਜਣ ਨੇ, ਗੁਰਦੇਵ ਜੀ ਨੇ ਸੂਹੀ ਰਾਗ ਵਿੱਚ ਤਾਂ ਹੀ ਆਖਿਆ ਸੀ, ਉਜਲ ਕਹਿਹਾਂ ਚਿਲਕਣਾ ਘੋਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ 100 ਧੋਵਾਂ ਤਿਸ। ਇੱਥੇ ਹੁਣ ਗੁਰਦੇਵ ਜੀ ਕਹਿਣ ਦੇ ਭਾਂਡੇ ਨੂੰ ਸੰਬੋਧਨ ਨਹੀਂ ਕਰ ਰਹੇ, ਜਾਂ ਕਹਿਣ ਦੇ ਭਾਂਡੇ ਦੀ ਗੱਲ ਨਹੀਂ ਹੋ ਰਹੀ ਵੀ ਉਹਨੂੰ ਭਾਵੇਂ 100 ਵਾਰ ਧੋ ਲਓ ਤੇ ਉਹਦੀ ਕਾਲਖ ਜਿਹੜੀ ਦੂਰ ਨਹੀਂ ਹੋਣੀ। ਉੱਥੇ ਗੱਲ ਕਹਿਣ ਦਾ ਭਾਂਡਾ ਤੇ ਇੱਕ ਪ੍ਰਤੀਕ ਵਰਤਿਆ, ਗੱਲ ਇਨਸਾਨ ਦੀ ਹੋ ਰਹੀ ਹੈ। ਉਜਲ ਕਹਿਹਾਂ ਚਿਲਕਣਾ, ਕਹਿਣ ਦਾ ਭਾਂਡਾ ਬੜਾ ਹੀ ਸਾਫ ਸੁਥਰਾ ਚਿਲਕਣਾ ਹੈ। ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ 100 ਧੋਵਾਂ ਤਿਸ। 100 ਵਾਰ ਵੀ ਕਹਿਣ ਦੇ ਭਾਂਡੇ ਨੂੰ ਆਪਾਂ ਸਾਫ਼ ਕਰ ਲਈਏ, 100 ਵਾਰ ਵੀ ਕਹਿਣ ਦੇ ਭਾਂਡੇ ਨੂੰ ਆਪਾਂ ਰਗੜ ਲਈਏ, ਜਿੰਨੀ ਵਾਰ ਤੁਸੀਂ ਧੋਗੇ, ਜਿੰਨੀ ਵਾਰ ਤੁਸੀਂ ਰਗੜੋਗੇ, ਉਹਦੇ ਵਿੱਚੋਂ ਕਾਲਖ ਲੈਂਦੀ ਜਾਣੀ, ਕਿਉਂਕਿ ਕਾਲਖ ਉਹਦੇ ਬਾਹਰ ਨਹੀਂ ਹੈ, ਕਾਲਖ ਉਹਦੇ ਅੰਦਰ ਹੈ। ਹੁਣ ਜਿਵੇਂ ਕਹਿਣ ਦੇ ਬਰਤਨ ਦੇ ਅੰਦਰ ਕਾਲਖ ਹੈ, ਇੱਦਾਂ ਇਨਸਾਨ ਦੇ ਅੰਦਰ ਕਾਲਖ ਹੈ। ਉਜਲ ਕਹਿ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ 100 ਧੋਵਾਂ ਤਿਸ। ਸੱਜਣ ਸਈ ਨਾਲ ਮੈਂ, ਉਹ ਸੱਜਣ ਨੇ ਜਿਹੜੇ ਮੇਰੇ ਹਰ ਵਕਤ ਨਾਲ ਰਹਿਣ। ਗੁਣ ਸੱਜਣ ਨੇ, ਸਤ, ਸੰਤੋਖ, ਦਇਆ, ਧਰਮ, ਧੀਰਜ। ਇਹ ਗੁਣ ਮਨੁੱਖ ਦੀ ਜ਼ਿੰਦਗੀ ਵਿੱਚ ਮਨੁੱਖ ਦੀ ਅਹਿਮੀਅਤ ਵਧਾਉਂਦੇ ਨੇ, ਮਨੁੱਖ ਦੀ ਜ਼ਿੰਦਗੀ ਨੂੰ ਸੁੰਦਰਤਾ ਬਖਸ਼ਿਸ਼ ਕਰਦੇ ਨੇ। ਬਾਣੀ 'ਚ ਇੰਝ ਵੀ ਪੇਸ਼ ਕੀਤਾ ਹੈ, ਕੱਢ ਕਸੀਦਾ ਪਹਿਰੈਂ ਚੋਲੀ ਤਾਂ ਤੁਮ ਜਾਣੋ ਨਾਰੀ, ਜੇ ਘਰ ਰਾਖੇ ਬੁਰਾ ਨਾ ਚਾਖੇ ਹੋਵੇਂ ਕੰਤ ਪਿਆਰੀ। ਕਿਉਂਕਿ ਜਦੋਂ ਗੁਰਦੇਵ ਨੇ ਬਾਣੀ ਉਚਾਰਨ ਕੀਤੀ ਹੈ, ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਪੇਸ਼ ਕੀਤਾ ਹੈ, ਅਤੇ ਉਸ ਸੱਚ ਮਾਲਕ ਨੂੰ ਕੰਤ ਪੇਸ਼ ਕੀਤਾ ਹੈ। ਕਹਿਣ ਲੱਗੇ ਕੱਢ ਕਸੀਦਾ ਪਹਿਰੈਂ ਚੋਲੀ, ਜਿਵੇਂ ਕੱਪੜਾ ਹੁੰਦਾ ਹੈ, ਇੱਕ ਕੱਪੜਾ ਆਮ ਹੁੰਦਾ ਹੈ, ਪਰ ਜਦੋਂ ਉਸੇ ਕੱਪੜੇ ਦੀ ਕਢਾਈ ਕੀਤੀ ਜਾਂਦੀ ਹੈ, ਉਸੇ ਕੱਪੜੇ ਦੇ ਉੱਤੇ ਫੁੱਲ ਬੂਟੇ ਪਾਏ ਜਾਂਦੇ ਨੇ, ਉਹ ਕੱਪੜੇ ਦੀ ਕੀਮਤ 2, 4, 5, 10 ਗੁਣਾ ਵੱਧ ਜਾਂਦੀ ਹੈ। ਉਹ ਕੀਮਤ ਕਿੱਦਾਂ ਵਧੀ? ਕੱਪੜਾ ਆਮ ਹੀ ਸੀ, ਪਰ ਜਦੋਂ ਉੱਤੇ ਕਢਾਈ ਕੀਤੀ ਗਈ, ਜਿਹੜੀ ਉੱਤੇ ਕਢਾਈ ਕੀਤੀ ਗਈ ਹੈ, ਜਿਹੜੇ ਚਿੱਤਰ ਉਹਦੇ 'ਤੇ ਚਿੱਤਰੇ ਨੇ, ਕਸੀਦਾ ਕੱਢਿਆ, ਉਹਨੇ ਉਹਦੀ ਕੀਮਤ ਵਧਾਤੀ। ਮਨ ਆਮ ਹੀ ਹੈ, ਪਰ ਜਦੋਂ ਮਨ ਉੱਤੇ ਗੁਣਾਂ ਦਾ ਕਸੀਦਾ ਕੱਢਿਆ ਜਾਣਾ ਹੈ, ਉਸ ਕਸੀਦੇ ਨੇ, ਉਹਨਾਂ ਗੁਣਾਂ ਨੇ ਮਨੁੱਖ ਦੀ ਜ਼ਿੰਦਗੀ ਦੀ ਸੁੰਦਰਤਾ ਹੋਰ ਵਧਾ ਦੇਣੀ ਹੈ। ਕੱਢ ਕਸੀਦਾ ਪਹਿਰੈਂ ਚੋਲੀ ਤਾਂ ਤੁਮ ਜਾਣੋ ਨਾਰੀ, ਜੇ ਘਰ ਰਾਖੈਂ। ਹੁਣ ਭਾਵੇਂ ਗੱਲ ਇੱਥੇ ਜੀਵ ਇਸਤਰੀ ਦੇ ਰੂਪ 'ਚ ਪੇਸ਼ ਕਰ ਰਹੇ ਨੇ, ਹੁਣ ਇਹ ਮਰਦ ਅਤੇ ਔਰਤ ਦੋਵਾਂ ਵਾਸਤੇ ਸਾਂਝਾ ਸ਼ਬਦ ਹੈ। ਜੇ ਘਰ ਰਾਖੈਂ, ਜੇ ਦੁਨਿਆਵੀ ਔਰਤ ਭਾਵੇਂ ਉਹ ਮਰਦ ਹੈ ਭਾਵੇਂ ਔਰਤ ਹੈ, ਜਿਹਨੂੰ ਆਪਣੇ ਹਿਰਦੇ ਰੂਪੀ ਘਰ ਦੀ ਰਾਖੀ ਕਰਨੀ ਆਉਂਦੀ ਹੈ, ਉਹ ਆਪਣੇ ਇੱਟਾਂ ਰੂਪੀ ਘਰ ਨੂੰ ਵੀ ਬਰਬਾਦ ਹੋਣ ਤੋਂ ਬਚਾ ਲੈਂਦਾ ਹੈ। ਜਿਹਨੇ ਆਪਣੇ ਸਰੀਰ ਨੂੰ ਹੀ ਬਰਬਾਦ ਹੋਣੋਂ ਨਾ ਬਚਾਇਆ, ਉਹ ਆਪਣੇ ਘਰ ਨੂੰ ਬਰਬਾਦ ਹੋਣ ਤੋਂ ਨਹੀਂ ਬਚਾ ਸਕਦਾ। ਜੇ ਘਰ ਰਾਖੈਂ, ਹੁਣ ਘਰ ਹਿਰਦਾ, ਜਿਹਨੇ ਆਪਣੇ ਹਿਰਦੇ ਰੂਪੇ ਘਰ ਨੂੰ ਸਾਂਭ ਕੇ ਰੱਖ ਲਿਆ, ਬੁਰਾ ਨਾ ਚਾਖੈਂ, ਬੁਰੇ ਬੰਨੇ ਨਹੀਂ ਤੁਰਿਆ, ਬੁਰੇ ਖਿਆਲ ਨਹੀਂ ਲਿਆਂਦੇ, ਬੁਰੀ ਸੰਗਤ ਨਹੀਂ ਕੀਤੀ, ਵਿਕਾਰਾਂ ਵਾਲੀ ਜਿਹੜੀ ਹੈ ਉਹ ਸੰਗਤ ਵਿੱਚ ਆਪਣੇ ਆਪ ਨੂੰ ਬਰਬਾਦ ਨਹੀਂ ਕੀਤਾ, ਗੁਣ ਜ਼ਿੰਦਗੀ 'ਚ ਧਾਰਨ ਕੀਤੇ। ਨਾਨਕ ਨਿਰਗੁਣ ਗੁਣ ਕਰੇ, ਹੇ ਨਾਨਕ, ਜਿਨ੍ਹਾਂ 'ਚ ਕੋਈ ਗੁਣ ਨਹੀਂ ਸੀ ਉਹਨਾਂ ਵਿੱਚ ਵੀ ਗੁਣ ਪੈ। ਤਾਂ ਹੀ ਬਾਣੀ 'ਚ ਉਹਨੂੰ ਗੁਣੀ ਨਿਧਾਨ ਕਿਉਂ ਆਖਿਆ? ਕਿ ਉਹਦੇ ਗੁਣ ਗਾ ਗਾ ਕੇ, ਗਾਉਣ ਦਾ ਅਰਥ ਕੀ ਹੈ? ਉਹਨਾਂ ਗੁਣਾਂ ਨੂੰ ਜ਼ਿੰਦਗੀ ਵਿੱਚ ਲੈ ਕੇ ਆਉਣਾ, ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨਾ, ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦੀ। ਕਿਉਂਕਿ ਯਾਦ ਰੱਖਣਾ, ਜਦੋਂ ਅਸੀਂ ਗੁਣ ਵਰਤਦੇ ਹਾਂ ਅਤੇ ਗੁਣ ਵੱਧਦਾ ਹੈ। ਹੁਣ ਕਿਸੇ ਬੰਦੇ ਨੇ ਸੰਤੋਖ ਦੀ ਵਰਤੋਂ ਕੀਤੀ ਹੈ, ਅਤੇ ਸੰਤੋਖ ਵਧਣਾ ਹੈ, ਘਟਣਾ ਨਹੀਂ ਹੈ। ਜਦੋਂ ਅਸੀਂ ਇਹਦੀ ਵਰਤੋਂ ਕਰਾਂਗੇ ਇਹ ਵਧੇਗਾ। ਜਦੋਂ ਮਨੁੱਖ ਦਇਆ, ਧਰਮ, ਇਹਨੂੰ ਭਾਈ ਗੁਰਦਾਸ ਨੇ ਇੰਝ ਵੀ ਪੇਸ਼ ਕੀਤਾ ਸੀ, 5 ਪਿਆਲੇ। 5 ਪਿਆਲੇ ਕਿਹੜੇ ਸੀ? ਸਤ, ਸੰਤੋਖ, ਦਇਆ, ਧਰਮ, ਧੀਰਜ। ਅਤੇ 5 ਪਿਆਲੇ, 5 ਪੀਰ। 5 ਪੀਰ ਕਿਹੜੇ ਸੀ? ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ 5ਵੇਂ ਪਾਤਸ਼ਾਹ ਤੱਕ। ਧੰਨ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ ਪਿਤਾ ਜੀ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ। 5 ਪਿਆਲੇ, 5 ਪੀਰ। ਛਟਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ। 5 ਪੀਰਾਂ ਕੋਲੇ 5 ਪਿਆਲੇ ਸੀ। ਇਹ 5 ਪਿਆਲੇ ਅੱਜ ਵੀ ਸਾਡੇ ਕੋਲ ਹੈਗੇ ਨੇ। ਗੁਰੂ ਸਾਹਿਬ ਉਹਨਾਂ 5 ਪਿਆਲਿਆਂ ਨੂੰ ਪੀਣ ਦੀ ਜਾਚ ਸਿਖਾ ਰਹੇ ਨੇ ਕਿ 5 ਪਿਆਲੇ ਤੇਰੇ ਅੰਦਰ ਨੇ, ਇਹਨਾਂ ਦੇ ਵਿੱਚੋਂ ਇਹ 5 ਪਿਆਲਿਆਂ ਦਾ ਅੰਮ੍ਰਿਤ ਪੀ, ਤੇਰਾ ਜੀਵਨ ਖੂਬਸੂਰਤ ਹੋ ਜਾਏਗਾ। ਨਾਨਕ ਨਿਰਗੁਣ ਗੁਣ ਕਰੇ, ਹੇ ਨਾਨਕ, ਜਿਨ੍ਹਾਂ 'ਚ ਕੋਈ ਗੁਣ ਨਹੀਂ ਉਹਨਾਂ ਵਿੱਚੋਂ ਮਾਲਕ ਗੁਣ ਪੈਦਾ ਕਰ ਦਿੰਦਾ ਹੈ। ਅਤੇ ਗੁਣਵੰਤਿਆਂ, ਗੁਣ ਦੇ ਜਿਹੜੇ ਗੁਣਵਾਨ ਹੁੰਦੇ ਨੇ,
ਜਿਨ੍ਹਾਂ ਵਿੱਚ ਪਹਿਲਾਂ ਗੁਣ ਹੁੰਦਾ ਉਹਨਾਂ ਨੂੰ ਹੋਰ ਗੁਣ ਬਖਸ਼ਿਸ਼ ਕਰਦਾ। ਕਿਉਂਕਿ ਮੈਂ ਗੱਲ ਪਹਿਲਾਂ ਕਹਿ ਚੁੱਕਾ, ਜਦੋਂ ਬੰਦਾ ਗੁਣਾਂ ਦੀ ਵਰਤੋਂ ਕਰਦਾ ਤੇ ਗੁਣ ਵੱਧਦੇ ਨੇ। ਜੇ ਤੁਸੀਂ ਸੱਤ, ਸੰਤੋਖ, ਦਇਆ, ਧਰਮ, ਧੀਰਜ ਇਹਨਾਂ ਗੁਣਾਂ ਦੀ ਵਰਤੋਂ ਕਰਦੇ ਹੋ ਤੇ ਇਹ ਗੁਣ ਵੇਖੋ, ਦੁਨਿਆਵੀ ਦੌਲਤ ਜਦੋਂ ਆਪਾਂ ਵਰਤਦੇ ਹਾਂ ਤੇ ਘਟਦੀ ਹੈ। ਹੁਣ ਤੁਸੀਂ ਪ੍ਰਸ਼ਾਦੇ 15 ਪਕਾਏ ਨੇ, ਖਾਣ ਵਾਲੇ 2-3 ਬੰਦੇ ਨੇ, ਜਦੋਂ ਤੁਸੀਂ ਉਹਨਾਂ ਪ੍ਰਸ਼ਾਦੇ ਨੂੰ ਖਾਓਗੇ, ਰੋਟੀ ਖਾਓਗੇ ਤੇ ਰੋਟੀ ਘਟਣੀ ਹੈ। ਦਾਲ ਸਬਜ਼ੀ ਜੋ ਬਣੀ ਉਹ ਖਾਓਗੇ ਤੇ ਘਟਣੀ ਹੈ। ਤੁਹਾਡੇ ਕੋਲ ਬੈਂਕ 'ਚ ਪੈਸਾ ਹੈ, ਤੁਸੀਂ ਪੈਸਾ ਵਰਤੋਗੇ ਤੇ ਘਟੇਗਾ। ਪਰ ਜਿਹੜੇ ਗੁਣ ਨੇ ਨਾ, ਜਿੰਨੇ ਵਰਤੀਏ ਓਨੇ ਵੱਧਦੇ ਨੇ। ਤਾਂ ਹੀ ਗੁਰੂ ਸਾਹਿਬ ਨੇ ਆਖਿਆ ਸੀ, ਬਾਣੀ ਦਾ ਇਹ ਖਜ਼ਾਨਾ ਤਾਂ ਹੀ ਆਖਿਆ ਸੀ, ਬਾਣੀ ਪੜ੍ਹ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਕਿਉਂ ਆਖਿਆ ਸੀ? ਇਹਨੂੰ ਕਿਉਂ ਆਖਿਆ ਸੀ? ਖਾਵੇਂ ਖਰਚੇ ਰਲ ਮਿਲ ਭਾਈ। ਜਦੋਂ ਅਸੀਂ ਆਪਣੇ ਸਤਿਗੁਰ ਦੀ ਇਸ ਬਾਣੀ ਦੇ ਮਹਾਨ ਖਜ਼ਾਨੇ ਨੂੰ ਖਾਵਾਂਗੇ, ਖਰਚਾਂਗੇ, ਜ਼ਿੰਦਗੀ 'ਚ ਹੰਡਾਵਾਂਗੇ, ਇਹ ਵਧੇਗਾ। ਅਸੀਂ ਤੇ ਇਹਨਾਂ ਤੁਕਾਂ ਨੂੰ ਦਾਲ ਸਬਜ਼ੀ ਤੋਂ ਅੱਗੇ ਲੈ ਕੇ ਨਹੀਂ ਗਏ। ਇਹ ਗੱਲ ਤਾਂ ਬੰਦੇ ਦੇ ਅੰਦਰ ਦੀ ਅਮੀਰੀ ਦੀ ਸੀ। ਇਹ ਤੇ ਬੰਦੇ ਦੇ ਅੰਦਰ ਦੇ ਕਿਰਦਾਰ ਦੀ ਸਿਰਜਣਾ ਦੀ ਗੱਲ ਕੀਤੀ ਜਾ ਰਹੀ ਸੀ ਵੀ ਜਿਨ ਕੇ ਪੱਲੇ ਧਨ ਵਸੈ, ਜਿਨ੍ਹਾਂ ਦੇ ਪੱਲੇ ਗੁਣਾਂ ਦਾ ਧਨ ਵਸਦਾ, ਤਿਨਕਾ ਨਾਉ ਫਕੀਰ। ਜਿਨ ਕੇ ਪੱਲੇ ਤੂੰ ਵਸੈ ਤੇ ਨਰ ਗੁਣੀ ਗਹੀਰ। ਜਿਨ੍ਹਾਂ ਦੇ ਹਿਰਦੇ ਮਾਲਕ ਜੀ ਤੁਸੀਂ ਵਸਦੇ ਹੋ, ਜਿਨ੍ਹਾਂ ਦੇ ਹਿਰਦੇ ਤੁਹਾਡੇ ਗੁਣ ਵਸ ਜਾਂਦੇ ਨੇ, ਉਹ ਗੁਣਾਂ ਦੇ ਖਜ਼ਾਨੇ ਬਣ ਜਾਂਦੇ ਨੇ। ਤੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਭਰੇ ਇੰਨੇ ਸ਼ਬਦ ਕਿਉਂ ਵਰਤੇ, ਕਿਉਂ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਿਆ? ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਅੱਗੇ ਕਹਤਾ ਤੇਹਾ ਕੋਈ ਨਾ ਸੁਝਈ। ਉਸ ਮਾਲਕ ਤੋਂ ਬਿਨਾਂ ਕੋਈ ਦੂਜਾ ਥੋੜ੍ਹਾ ਸੁੱਝ ਰਿਹਾ ਜਿਹੜਾ ਸਾਡੀ ਜ਼ਿੰਦਗੀ 'ਚ ਇੱਕ ਕੁਆਲਿਟੀ, ਇਹ ਗੁਣ ਪੈਦਾ ਕਰ ਸਕੇ। ਕਿਉਂਕਿ ਗੁਰਬਾਣੀ ਵਿੱਚ ਸਤਿਗੁਰ ਮਹਾਰਾਜ ਨੇ ਉਸ ਪਰਮੇਸ਼ਰ ਨੂੰ ਗੁਣੀ ਨਿਧਾਨ ਆਖਿਆ, ਗੁਣਾਂ ਦਾ ਖਜ਼ਾਨਾ ਆਖਿਆ। ਕਹਿੰਦੇ ਤੇਹਾ ਕੋਈ ਨਾ ਸੁਝੇ। ਉਹ ਵੱਖਰੀ ਗੱਲ ਹੈ, ਅਸੀਂ ਕਈ ਬਣਾ ਕੇ ਬੈਠ ਗਏ ਹਾਂ। ਕੋਈ ਕਿਤੇ ਮੱਥੇ ਟੇਕੀ ਜਾਂਦਾ, ਕਿਤੇ ਮੱਥੇ ਟੇਕੀ ਜਾਂਦਾ। ਇੱਥੇ ਕਹਤਾ ਤੇਹਾ ਕੋਈ ਨਾ ਸੁਝੀ। ਹੁਣ ਸਾਨੂੰ ਬਹੁਤ ਅੱਗੇ ਜਾਣ ਦੀ ਲੋੜ ਨਹੀਂ। ਇਹ ਜਪ ਬਾਣੀ ਦੀ 7 ਨੰਬਰ ਪੌੜੀ 'ਚ ਮਹਾਰਾਜ ਕਹਿ ਰਹੇ ਨੇ। ਜਿਵੇਂ 6 ਨੰਬਰ ਪੌੜੀ 'ਚ ਆਪਾਂ ਪੜ੍ਹ ਆਏ ਹਾਂ, 5 ਨੰਬਰ ਪੌੜੀ 'ਚ ਆਪਾਂ ਪੜ੍ਹ ਰਹੇ ਹਾਂ, ਦੋਵਾਂ ਦੀਆਂ ਅਖੀਰਲੀਆਂ ਤੁਕਾਂ ਸੇਮ ਸੀ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਦਾਤਾ ਮੈਨੂੰ, ਮੈਂ ਉਸ ਦਾਤੇ ਨੂੰ ਆਪਣੀ ਜ਼ਿੰਦਗੀ 'ਚੋਂ ਭੁਲਾ ਨਾ ਦੇਵਾਂ, ਵਿਸਾਰ ਨਾ ਦੇਵਾਂ। ਸੇਮ ਗੱਲ ਗੁਰੂ ਸਾਹਿਬ ਇੱਥੇ ਕਰ ਰਹੇ ਨੇ। ਤੇਹਾ ਕੋਈ ਨਾ ਸੁਝਈ। ਮੈਨੂੰ ਉਹਦੇ ਵਰਗਾ ਹੋਰ ਕੋਈ ਦਿਸਦਾ ਹੀ ਨਹੀਂ ਜਿਹੜਾ ਮੇਰੀ ਜ਼ਿੰਦਗੀ 'ਚ ਗੁਣ ਕੁਆਲਿਟੀ ਪੈਦਾ ਕਰ ਸਕੇ। ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਜਿਹੜਾ ਮੇਰੀ ਜ਼ਿੰਦਗੀ 'ਚ ਇਹੋ ਜਿਹੇ ਗੁਣ ਪੈਦਾ ਕਰ ਸਕੇ, ਮੈਨੂੰ ਉਸ ਮਾਲਕ ਤੋਂ ਬਿਨਾਂ ਕੋਈ ਦੂਜਾ ਦਿਖਾਈ ਦਿੰਦਾ ਹੀ ਨਹੀਂ। ਤਾਂ ਬਾਣੀ 'ਚ ਆਖਿਆ ਸੀ ਨਾ, ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ। ਕਿਰਪਾ ਨਿਧਾਨ, ਨਿਧਾਨ ਕਹਿੰਦੇ ਖਜ਼ਾਨੇ ਨੂੰ। ਹੇ ਕਿਰਪਾ ਦੇ ਖਜ਼ਾਨੇ, ਪ੍ਰੀਤਮ ਪ੍ਰਭ ਮੇਰੇ। ਕਿੱਡੀ ਆਪਣਾ ਵਾਲਾ ਸ਼ਬਦ ਹੈ। ਅਸੀਂ ਤੇ ਉਹਨੂੰ ਆਪਣਾ ਬਣਾ ਹੀ ਨਹੀਂ ਸਕੇ। ਜਿਸ ਨੂੰ ਅਸੀਂ ਆਪਣਾ ਮਾਣ ਨਾਲ ਕਹਿਣਾ ਸੀ, ਉਹਨੂੰ ਤੇ ਅਸੀਂ ਆਪਣਾ ਬਣਾ ਹੀ। ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ। ਅੱਗੇ ਕਹਿੰਦਾ ਵਰਨ ਨਾ ਸਾਕੋਂ, ਬਹੁ ਗੁਣ ਤੇਰੇ। ਮੈਂ ਬਿਆਨ ਨਹੀਂ ਕਰ ਸਕਦਾ ਤੁਹਾਡੇ ਇੰਨੇ ਗੁਣ ਨੇ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਰਮਈਆ ਕੇ ਗੁਣ ਚੇਤ ਪ੍ਰਾਨੀ। ਰਮੇ ਹੋਏ ਪ੍ਰਮਾਤਮਾ ਦੇ ਗੁਣ ਚੇਤੇ ਕਰ। ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਤੋ ਪਾਤਸ਼ਾਹ ਇੱਥੇ ਕਿੱਡੀ ਪਿਆਰੀ ਗੱਲ ਕਹਿ ਰਹੇ ਨੇ। ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ, ਵਰਨ ਨਾ ਸਾਕੋਂ ਬਹੁ ਗੁਣ ਤੇਰੇ। ਮੈਂ ਬਿਆਨ ਨਹੀਂ ਕਰ ਸਕਦਾ ਤੁਹਾਡੇ ਵਿੱਚ ਇੰਨੇ ਗੁਣ ਨੇ ਮੇਰੇ ਮਾਲਕ ਜੀ। ਤੁਹਾਡੇ ਵਿੱਚ ਕਿਹੜੇ ਗੁਣ ਨੇ? ਗਊ ਕੋ ਚਾਰੇ ਸਾਰਦੂਲ। ਤੁਹਾਡੇ ਗੁਣਾਂ ਦੀ ਬਦੌਲਤ ਜਿਹੜਾ ਮੇਰਾ ਮਨ ਸ਼ੇਰ ਪਹਿਲਾਂ ਬਿਲਕੁਲ ਆਪਣਾ ਅਸਲੀ ਪੱਖ ਛੱਡ ਚੁੱਕਾ ਸੀ, ਅੱਜ ਵੇਖ ਕਿੱਡੀ ਵੱਡੀ ਕਿਰਪਾ ਹੋਈ। ਗਊ ਕੋ ਚਾਰੇ ਸਾਰਦੂਲ। ਅੱਜ ਗਾਵਾਂ ਨੂੰ ਕੰਟਰੋਲ ਕਰਨ ਲੱਗ ਪਏ। ਗਾਵਾਂ ਕੌਣ ਨੇ? ਗਿਆਨ ਇੰਦਰੇ। ਇਹ ਗਿਆਨ ਇੰਦਰਿਆਂ ਨੂੰ ਕੰਟਰੋਲ ਕਰਨ ਲੱਗ ਪਿਆ। ਇਹ ਗਿਆਨ ਇੰਦਰੇ ਗਾਵਾਂ ਨੇ। ਸ਼ੇਰ ਕੌਣ ਹੈ? ਇਹ ਜੀਵ ਦਾ ਮਨ, ਜਿਹੜਾ ਮਨ ਪਹਿਲਾਂ ਮਰਿਆ ਪਿਆ ਸੀ, ਨਟਾਲ ਹੋਇਆ ਪਿਆ ਸੀ, ਤੁਸੀਂ ਉਹਨੂੰ ਅਸਲੀਅਤ ਤੋਂ ਜਾਣੂ ਕਰਾਤਾ। ਗਊ ਕੋ ਚਾਰੇ ਸਾਰਦੂਲ ਤੇ ਕੌਡੀ ਕਾ ਲੱਖ ਹੁਆ ਮੂਲ। ਜਿਹੜਾ ਜੀਵਨ ਕੌਡੀਆਂ ਵਰਗਾ ਸੀ, ਬਿਲਕੁਲ ਸਸਤਾ ਸੀ, ਡਿੱਗਿਆ ਪਿਆ ਸੀ, ਅੱਜ ਲੱਖਾਂ ਦਾ ਹੋ ਗਿਆ। ਕੌਡੀ ਕਾ ਲੱਖ ਹੁਆ ਮੂਲ।
ਬੱਕਰੀ ਕੋ ਹਸਤੀ ਪ੍ਰਤ ਪਾਲੈ। ਜਿਹੜਾ ਮਨ ਪਹਿਲਾਂ ਹੰਕਾਰ ਹਾਥੀ ਬਣਿਆ ਪਿਆ ਸੀ, ਅੱਜ ਨਿਮਰਤਾ ਰੂਪੀ ਬੱਕਰੀ ਨੂੰ ਅੰਦਰ ਪਾਲਣ ਲੱਗ ਪਿਆ, ਯਾਨੀ ਕਿ ਅੰਦਰ ਨਿਮਰਤਾ ਆ ਗਈ ਹੈ। ਆਪਣਾ ਪ੍ਰਭ ਨਦਰ ਨਿਹਾਲੈ। ਜਦੋਂ ਮਾਲਕ ਜੀ ਮੈਂ ਤੁਹਾਡੀ ਨਜ਼ਰ ਦਾ ਪਾਤਰ ਬਣਿਆ, ਅਤੇ ਨਜ਼ਰ ਦਾ ਪਾਤਰ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ। ਨਜ਼ਰ ਦਾ ਪਾਤਰ ਤਾਂ ਬਣਨਾ ਜਦੋਂ ਮੈਂ ਉਸ ਹੁਕਮੀ ਦੀ ਹੁਕਮ ਰਜਾ ਦੀ ਪਾਲਣਾ ਕਰਾਂਗਾ। ਫਿਰ ਦੀਸਤ ਮਾਸ ਨਾ ਖਾਏ ਬਲਾਈ। ਜਦੋਂ ਉਹਦੇ ਗੁਣ ਗਾ ਗਾ ਕੇ ਜੀਵਨ ਵਿੱਚ ਇਹ ਕੁਆਲਿਟੀ ਆ ਗਈ, ਫਿਰ ਦਿਸ ਰਿਹਾ ਮਾਸ ਇਸ ਜੀਵਨ ਨੇ ਨਹੀਂ ਖਾਣਾ। ਕਿਹੜਾ ਮਾਸ? ਪਰਾਇਆ ਹੱਕ। ਦਿਸ ਰਿਹਾ ਮਾਸ ਸ਼ਬਦ ਵਰਤੇ ਇੱਥੇ। ਜਿਵੇਂ ਬਿੱਲੀ ਦੇ ਸਾਹਮਣੇ ਚੂਹੇ ਤੁਰੇ ਫਿਰਦੇ, ਸ਼ਬਦ ਵੇਖੋ ਕਿਹੜਾ ਪਿਆਰਾ ਵਰਤਿਆ। ਹੁਣ ਬਿੱਲੀ ਨੂੰ ਚੂਹੇ ਖਾਣ ਲਈ ਮਿਲਣੀ ਨਾ, ਤੇ ਬਿੱਲੀ ਕਹੇ ਮੈਂ ਤੇ ਹੁਣ ਵੈਜੀਟੇਰੀਅਨ ਹੋ ਗਈ ਹਾਂ, ਇਹ ਤਾਂ ਹਾਸੋ ਹੀ ਨਹੀਂ ਗੱਲ ਹੋਏਗੀ ਨਾ। ਵੀ ਤੈਨੂੰ ਦੂਜਾ ਲਾ ਕੇ ਕਹੇਗਾ ਤੈਨੂੰ ਮਿਲਦੇ ਹੀ ਨਹੀਂ, ਹੁਣ ਤੂੰ ਤੇ ਵੈਜੀਟੇਰੀਅਨ ਹੋਣਾ ਹੀ ਸੀ। ਹੁਣ ਗੱਲ ਇੱਥੇ ਭਾਵੇਂ ਬਿੱਲੀ ਦੀ ਨਹੀਂ ਹੋ ਰਹੀ। ਇਹ ਸ਼ਬਦ ਬਿੱਲੀ ਵਾਸਤੇ ਨਹੀਂ ਹੈ, ਇਹ ਸ਼ਬਦ ਚੂਹਿਆਂ ਵਾਸਤੇ ਨਹੀਂ ਹੈ, ਇਹ ਸ਼ਬਦ ਸ਼ੇਰ ਤੇ ਗਾਵਾਂ ਵਾਸਤੇ ਨਹੀਂ ਹੈ। ਇਹ ਗੱਲ ਸਾਰੀ ਬੰਦੇ ਦੇ ਜੀਵਨ ਨੂੰ ਸਚਿਆਰਾ ਬਣਾਉਣ ਵਾਸਤੇ ਹੈ। ਅੱਗੇ ਜਾ ਕੇ ਆਪਾਂ ਵਿਚਾਰਦੇ ਜਾਵਾਂਗੇ ਕਿ ਭਾਵੇਂ ਇੱਥੇ ਦਰਿਆਵਾਂ ਦੀਆਂ ਉਦਾਹਰਨਾਂ, ਸਮੁੰਦਰਾਂ ਦੀਆਂ ਉਦਾਹਰਨਾਂ, ਨਦੀਆਂ ਨਾਲਿਆਂ ਦੀਆਂ ਉਦਾਹਰਨਾਂ, ਕੋਇਲ ਦੀ ਗੱਲ, ਸੱਪ ਦੀ ਗੱਲ, ਕਾਂ ਦੀ ਗੱਲ, ਇਹ ਸਾਰੇ ਨਾਂ ਵਰਤੇ ਨੇ ਬੰਦਿਆ ਤੈਨੂੰ ਸਮਝਾਉਣ ਵਾਸਤੇ ਕਿ ਤੂੰ ਆਪਣੀ ਜ਼ਿੰਦਗੀ 'ਚ ਗੁਣ ਲਿਆ ਸਕੇ। ਦੀਸਤ ਮਾਸ। ਬਿੱਲੀ ਦੇ ਸਾਹਮਣੇ ਚੂਹੇ ਨੱਚ ਰਹੇ ਨੇ, ਅਤੇ ਕੋਈ ਆਣ ਕੇ ਬਿੱਲੀ ਨੂੰ ਕਹਿੰਦਾ ਤੂੰ ਭੈਣੇ ਹੁਣ ਅੱਜ ਕੱਲ੍ਹ ਚੂਹੇ ਨਹੀਂ ਖਾਂਦੀ, ਕਹਿੰਦੀ ਮੈਂ ਵੈਜੀਟੇਰੀਅਨ ਹੋ ਗਈ ਹਾਂ। ਹੁਣ ਮੰਨ ਲਓ ਬਿੱਲੀ ਚੂਹੇ ਖਾਣੇ ਛੱਡ ਵੀ ਦੇਵੇ, ਇਹ 'ਚੋਂ ਸਾਨੂੰ ਕੀ ਸਿੱਖਿਆ ਮਿਲੀ? ਹੋ ਸਕਦਾ ਕੱਲ੍ਹ ਨੂੰ ਬਿੱਲੀ ਆਉਣ ਵਾਲੇ ਸਮੇਂ ਚੂਹੇ ਖਾਣੇ ਛੱਡ ਦੇਵੇ। ਆਪਾਂ ਵੇਖਿਆ ਵੀ ਕਈ ਵਾਰੀ ਬਿੱਲੀਆਂ ਚੂਹਿਆਂ ਨਾਲ ਖੇਡਦੀਆਂ ਨੇ। ਮੰਨ ਲਓ ਹੋ ਵੀ ਜਾਵੇ ਐਸਾ, ਫਿਰ ਕੀ ਹੋਏਗਾ? ਇਹ 'ਚੋਂ ਕੀ ਮਿਲੇਗਾ ਸਿੱਖਿਆ ਸਾਨੂੰ? ਗੱਲ ਇੱਥੇ ਬਿੱਲੀ ਕੌਣ ਹੈ? ਤ੍ਰਿਸ਼ਨਾ। ਤ੍ਰਿਸ਼ਨਾ ਰੂਪੀ ਬਿੱਲੀ ਨੇ ਹੁਣ ਚੂਹੇ ਖਾਣੇ ਛੱਡ ਦਿੱਤੇ। ਦੀਸਤ ਮਾਸ, ਦਿਸ ਰਿਹਾ ਮਾਸ। ਇੱਕ ਹੁੰਦਾ ਕਿਸੇ ਬੰਦੇ ਨੂੰ ਰਿਸ਼ਵਤ ਕਦੀ ਕਿਸੇ ਨੇ ਦਿੱਤੀ ਨਹੀਂ, ਕਵੇ ਮੈਂ ਉਹਦੀ ਜ਼ਿੰਦਗੀ 'ਚ ਰਿਸ਼ਵਤ ਕਦੀ ਲਈ ਨਹੀਂ। ਦੂਜਾ ਕਹੇਗਾ ਤੈਨੂੰ ਕਦੀ ਮਿਲੀ ਨਹੀਂ। ਰਿਸ਼ਵਤ ਲੈ ਕੇ ਆ ਰਹੇ ਸੀ ਅਗਲੇ, ਸੂਟਕੇਸ 'ਚ ਪੈਸੇ ਲੈ ਕੇ ਆ ਰਹੇ ਸੀ ਅਗਲੇ, ਕਹਿੰਦੇ ਸੀ ਇੰਨੇ ਪੈਸੇ ਚੱਕ, ਆਹ ਕੰਮ ਕਰਨਾ ਪੈਣਾ। ਕਹਿੰਦਾ ਨਹੀਂ, ਦਿਸ ਰਿਹਾ ਮਾਸ ਨਹੀਂ ਖਾਧਾ। ਹੁਣ ਇੱਕ ਹੁੰਦਾ ਲੜਕੀ ਵਾਲੇ ਪਰਿਵਾਰ ਨੇ ਪਹਿਲਾਂ ਹੀ ਕਹਿ ਤਾ ਸਾਡੇ ਹੱਥ ਖੜੇ, ਅਸੀਂ ਬੇਟੀ ਨੂੰ ਪੜ੍ਹਾਤਾ, ਅਸੀਂ ਦਾਜ ਨਹੀਂ ਦੇ ਸਕਦੇ। ਅਤੇ ਕੱਲ੍ਹ ਨੂੰ ਬੰਦਾ ਫੜਾ ਮਾਰੀ ਜਾਵੇ ਆਪਾਂ ਦਾਜ ਨਹੀਂ ਲਿਆ ਭਾਈ, ਉਹ ਕਹੇਗਾ ਉਹਨਾਂ ਦਿੱਤਾ ਹੀ ਨਹੀਂ। ਮਜ਼ਾ ਤਾਂ ਸੀ ਉਹ ਕਹਿ ਰਹੇ ਹੋਣ ਵੀ ਅਸੀਂ ਗੱਡੀ ਦੇਵਾਂਗੇ, ਇੰਨਾ ਪੈਸਾ ਦੇਵਾਂਗੇ, ਬੰਦਾ ਕਹੇ ਨਾ ਭਾਈ ਪੁੱਤ ਨੂੰ ਮੈਂ ਇੰਨਾ ਕਾਬਲ ਬਣਾਇਆ ਵੀ ਉਹ ਆਪਣੀ ਕਮਾਈ ਕਰਕੇ ਵਧੀਆ ਪਰਿਵਾਰ ਚਲਾ ਸਕਦਾ। ਤੁਸੀਂ ਸਾਨੂੰ ਧੀ ਦੇ ਰਹੇ ਜੇ, ਸਾਨੂੰ ਬੇਟੀ ਦੀ ਕਮੀ ਸੀ, ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਇਹ ਹੈ ਸਵਾਦ। ਦੀਸਤ ਮਾਸ, ਦਿਸ ਰਿਹਾ ਮਾਸ। ਅਗਲੇ ਦੇ ਰਹੇ ਸੀ ਪੈਸਾ, ਦੇ ਰਹੇ ਸੀ ਰਿਸ਼ਵਤ, ਪਰ ਬੰਦੇ ਨੇ ਨਹੀਂ ਲਈ। ਦੀਸਤ ਮਾਸ ਨਾ ਖਾਏ ਬਲਾਈ। ਅੱਜ ਤ੍ਰਿਸ਼ਨਾ ਰੂਪੀ ਬਿੱਲੀ ਨੇ ਇਹ ਹੁਣ ਮਾਸ ਖਾਣਾ ਛੱਡ ਦਿੱਤਾ। ਮਹਾ ਕਸਾਬ, ਕਸਾਈ ਬਣਿਆ ਮਨ। ਛੁਰੀ ਛੱਟ ਪਾਈ, ਉਹ ਨਿਰਦਇਤਾ ਵਾਲੀ ਛੁਰੀ ਸੁੱਟ ਦਿੱਤੀ। ਕਰਨਹਾਰ ਪ੍ਰਭ ਹਿਰਦੇ ਵੂਠਾ। ਉਹ ਕਰਨਹਾਰ ਪ੍ਰਭੂ ਹਿਰਦੇ। ਹੁਣ ਵੇਖੋ ਸ਼ਬਦ ਕਿੱਡਾ, ਹਿਰਦੇ ਵੂਠਾ। ਇਹਦਾ ਮਤਲਬ ਅੰਦਰ ਹੈਗਾ ਸੀ ਤੇ ਉੱਠਿਆ ਨਾ। ਇਹ ਨਹੀਂ ਆਖਿਆ ਬਾਹਰੋਂ ਪਿਆ। ਸੰਤੋਖ ਤੁਸੀਂ ਕਿਸੇ ਦੇ ਅੰਦਰ ਨਹੀਂ ਪਾ ਸਕਦੇ, ਦਇਆ ਤੁਸੀਂ ਕਿਸੇ ਦੇ ਅੰਦਰ ਨਹੀਂ ਪਾ ਸਕਦੇ, ਧਰਮ ਤੁਸੀਂ ਕਿਸੇ ਦੇ ਅੰਦਰ ਨਹੀਂ ਪਾ ਸਕਦੇ। ਅਗਲੇ ਦੇ ਅੰਦਰ ਮੌਜੂਦ ਹੈ, ਸਿਰਫ ਅਸੀਂ ਉਹਨੂੰ ਦੱਸ ਸਕਦੇ ਹਾਂ ਕਿ ਭਾਈ ਆਪਣੇ ਪਏ ਅੰਦਰ ਗੁਣਾਂ ਦੀ ਵਰਤੋਂ ਕਰ ਲਾ। ਇਹੋ ਬਾਣੀ ਸਮਝਾ ਰਹੀ ਹੈ। ਨਾਨਕ ਨਿਰਗੁਣ ਗੁਣ ਕਰੇ। ਤਾਂ ਅਸੀਂ ਉਸ ਗੁਣੀ ਨਿਧਾਨ ਮਾਲਕ ਦੇ ਗੁਣ ਗਾਉਂਦੇ ਹਾਂ ਵੀ ਉਹਨਾਂ ਗੁਣਾਂ ਨੂੰ ਗਾਉਣ ਦਾ ਮੀਨਿੰਗ ਹੈ ਮੈਂ ਆਪਣੀ ਜ਼ਿੰਦਗੀ 'ਚੋਂ ਗੁਣ ਵਰਤਾਂ, ਉਹਨਾਂ ਗੁਣਾਂ ਦੀ ਵਰਤੋਂ ਕਰਨੀ ਸਿੱਖਾਂ। ਪੜ੍ਹੀ ਜਾਈਏ। ਸੰਤੋਖ ਬੜਾ ਚੰਗਾ ਹੁੰਦਾ ਹੈ। ਜਦੋਂ ਕੱਲ੍ਹ ਨੂੰ ਪੁੱਤਰ ਦਾ ਆਨੰਦ ਕਾਰਜ ਕਰਨਾ, ਉਦੋਂ ਸੰਤੋਖ ਦੀ ਵਰਤੋਂ ਕਰੀ। ਜਦੋਂ ਅਗਲੇ ਕੜਾ ਪਾਉਣ ਲੱਗਣ ਮਿਲਣੀ ਵੇਲੇ ਕਹੀਂ ਨਾ ਭਾਈ ਮੈਨੂੰ ਕੜਿਆਂ ਦੀ ਲੋੜ ਨਹੀਂ, ਮੈਂ ਬੇਟੀ ਲੈਣ ਆਇਆ। ਜਦੋਂ ਕੋਈ ਪੈਸੇ ਦੇ ਕੇ ਕੰਮ ਕਰਾਉਣਾ ਚਾਹੇ, ਕਵੇ ਨਾ ਭਾਈ ਮੈਨੂੰ ਸਰਕਾਰ ਤਨਖਾਹ ਦੇ ਰਹੀ ਹੈ, ਮੈਂ ਰਿਸ਼ਵਤ ਦਾ ਪੈਸਾ ਨਹੀਂ ਲੈਣਾ। ਫਿਰ ਸਮਝੀ ਇਸ ਸੰਤੋਖ ਦਾ ਤੂੰ ਪਾਠ ਪੜ੍ਹਿਆ। ਗੁਰਦੇਵ ਜੀ ਇੱਥੇ ਬਖਸ਼ਿਸ਼ ਭਰੇ ਬਚਨ ਕਰ ਰਹੇ ਨੇ। ਕਹਿੰਦੇ ਨੇ ਕਰਨਹਾਰ ਪ੍ਰਭ ਹਿਰਦੇ ਵੂਠਾ, ਫਾਥੀ ਮਛਲੀ ਕਾ ਜਾਲਾ ਟੂਟਾ। ਜਿਹੜੀ ਮੱਛੀ ਪਹਿਲਾਂ ਵਿਸ਼ਿਆਂ ਵਕਾਰਾਂ ਦੇ, ਹੁਣ ਇੱਥੇ ਮੱਛੀ ਦੀ ਗੱਲ ਥੋੜ੍ਹਾ ਹੋ ਰਹੀ ਹੈ। ਗੱਲ ਤੇ ਜੀਵ ਤੇਰੀ ਹੋ ਰਹੀ ਹੈ। ਤੂੰ ਵਿਸ਼ਿਆਂ ਵਕਾਰਾਂ ਦੇ ਜਾਲ ਵਿੱਚ ਫਸਿਆ ਸੀ। ਫਾਥੀ ਮਛਲੀ ਕਾ ਜਾਲਾ ਟੂਟਾ। ਸੁੱਕੇ ਕਾਸ਼ਟ ਹਰੇ ਚਲੂਲ। ਜਿਹੜਾ ਦਰਖਤ ਸੁੱਕ ਚੁੱਕਾ ਸੀ, ਜਿਹਦੇ ਪੱਤੇ ਕੁਮਲਾ ਚੁੱਕੇ ਸੀ, ਜਿਹਦੀਆਂ ਟਾਹਣੀਆਂ ਮੁਰਝਾ ਚੁੱਕੀਆਂ ਸੀ, ਸੁੱਕੇ ਕਾਸ਼ਟ ਹਰੇ ਚਲੂਲ। ਅੱਜ ਉਹਦੀਆਂ ਜੜ੍ਹਾਂ ਨੂੰ ਪਾਣੀ ਮਿਲ ਗਿਆ, ਉਹ ਦਰਖਤ ਹਰਿਆ ਹੋ ਗਿਆ, ਟਾਹਣੀਆਂ ਹਰੀਆਂ ਹੋ ਗਈਆਂ, ਨਵੇਂ ਪੱਤੇ, ਨਵੀਆਂ ਕਰੂੰਬਲੀਆਂ ਫੁੱਟ ਪਈਆਂ। ਇੱਥੇ ਗੱਲ ਬੰਦੇ ਦੇ ਅੰਦਰ ਦੀ ਹੋ ਰਹੀ ਹੈ। ਮੇਰੇ ਮਾਧੋ ਜੀ
ਸਤ ਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਬ੍ਰਹਮ ਪਦ ਪਾਇਆ ਸੁਕੇ ਕਾਸ਼ਟ ਹਰਿਆ। ਦਰਖਤ ਸੁੱਕ ਰਿਹਾ ਹੋਵੇ ਨਾ, ਪੌਦਾ ਸੁੱਕ ਰਿਹਾ ਹੋਵੇ, ਉਹਦੇ ਪੱਤਿਆਂ 'ਤੇ ਪਾਣੀ ਛਿੜਕਣ ਦੀ ਲੋੜ ਨਹੀਂ। ਬਾਲਟੀ ਭਰ ਕੇ ਤੁਸੀਂ ਉਹਦੀਆਂ ਜੜ੍ਹਾਂ 'ਚ ਪਾ ਦਿਓ, ਦਿਨ ਚੜ੍ਹਦੇ ਨੂੰ ਨਵੀਆਂ ਕਰੂੰਬੜੀਆਂ ਫੁੱਟ ਜਾਣੀਆਂ ਨੇ। ਜਦੋਂ ਮਨ ਨੇ ਸੱਤ ਦੀ ਸੰਗਤ ਕਰ ਲਈ, ਅੱਖਾਂ ਹਰੀਆਂ ਹੋ ਜਾਣਗੀਆਂ, ਕੰਨ ਹਰੇ ਹੋ ਜਾਣਗੇ, ਜ਼ੁਬਾਨ ਹਰੀ ਹੋ ਜਾਏਗੀ, ਬੰਦੇ ਦਾ ਚਿਹਰਾ, ਬੰਦੇ ਦਾ ਮੱਥਾ ਦਗਦਾ ਕਰੇਗਾ। ਕਿਉਂ? ਕਿਉਂਕਿ ਅੰਦਰ ਵਿਗਾਸ ਹੈ, ਅੰਦਰ ਖੇੜਾ ਹੈ। ਅੱਜ ਗੁਣਾਂ ਨਾਲ ਸਾਂਝ ਪੈ ਗਈ ਹੈ। ਅੱਜ ਅੰਦਰ ਬੈਠਾ ਅੰਮ੍ਰਿਤ ਪੀ ਲਿਆ, ਅੰਤਰ ਖੂੰਟਾ ਅੰਮ੍ਰਿਤ ਭਰਿਆ। ਜਿਹੜਾ ਅੰਦਰ ਖੂਹ ਭਰਿਆ ਸੀ ਨਾ ਅੰਮ੍ਰਿਤ ਦਾ, ਸ਼ਬਦੇ ਕੱਢ ਪੀਏ ਪਨਹਾਰੀ, ਸ਼ਬਦ ਦੀ ਲੱਜ ਨਾਲ ਅੱਜ ਉਹ ਅੰਮ੍ਰਿਤ ਪੀਣਾ ਸ਼ੁਰੂ ਕਰ ਦਿੱਤਾ ਹੈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਕਿਹੜਾ ਅੰਮ੍ਰਿਤ? ਗੁਣਾਂ ਦਾ, ਚੰਗਿਆਈਆਂ ਦਾ। ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ। ਉਹ ਅੰਮ੍ਰਿਤ ਏਕ ਕਿਹੜਾ ਸੀ? ਉਹ ਪਰਿਪੂਰਨ ਪਰਮਾਤਮਾ ਦੇ ਗੁਣ ਜਿਹੜੇ ਹਰ ਇੱਕ ਦੇ ਅੰਦਰ ਪਏ ਹੋਏ ਨੇ। ਜਦੋਂ ਅਸੀਂ ਕਹਿੰਦੇ ਹਾਂ ਅਸੀਂ ਰੂਪ ਉਹਦਾ ਵਾਂ, ਅਤੇ ਗੁਣ ਵੀ ਸਾਡੇ ਅੰਦਰ ਉਹਦੇ ਪਏ ਹੋਏ ਨੇ। ਉਹਨਾਂ ਗੁਣਾਂ ਦੀ ਅਸੀਂ ਵਰਤੋਂ ਕਰਨੀ। ਜਦੋਂ ਅਸੀਂ ਕਹਿੰਦੇ ਅਸੀਂ ਮਾਲਕ ਦਾ ਰੂਪ ਹਾਂ, ਸਭੇ ਘਟ ਰਾਮ ਬੋਲੇ, ਤੋ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰਹੇ। ਜਦੋਂ ਅਸੀਂ ਰੂਪ ਉਹਦਾ ਹੋਣ ਦਾ ਦਾਅਵਾ ਕਰਦੇ ਹਾਂ, ਤਾਂ ਫਿਰ ਕੁਦਰਤੀ ਗੱਲ ਹੈ, ਫਿਰ ਉਹਦੇ ਗੁਣ ਵੀ ਸਾਡੇ ਅੰਦਰ ਪਏ ਹੋਣਗੇ। ਗੁਣ ਪਏ ਨੇ। ਗੁਰੂ ਦਾ ਰੋਲ ਕੀ ਹੈ? ਉਹਨਾਂ ਗੁਣਾਂ ਦੀ ਵਰਤੋਂ ਕਰਨੀ ਸਿਖਾਉਣੀ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਜਿਵੇਂ ਵਿਚੋਲਾ ਦੋ ਪਰਿਵਾਰਾਂ ਨੂੰ ਮਿਲਾਉਂਦਾ ਹੈ, ਇੱਥੇ ਗੁਰੂ ਵਿਚੋਲੇ ਨੇ ਸਾਨੂੰ ਸੱਚ ਰੂਪੀ ਕੰਤ ਦੇ ਨਾਲ ਸਾਡਾ ਮਿਲਾਪ ਕਰਵਾਉਣਾ ਹੈ। ਭਾਈ ਇੱਦਾਂ ਦੀ ਤਿਆਰੀ ਕਰ, ਇੱਦਾਂ ਦੇ ਗੁਣ ਲੈ ਕੇ ਆ, ਜ਼ਿੰਦਗੀ ਖੂਬਸੂਰਤ ਬਣ ਜਾਏਗੀ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ। ਤੇਹੋ ਜਿਹਾ ਹੋਰ ਕੋਈ ਸੁਝਦਾ ਨਹੀਂ। ਹੁਣ ਸੋਚਿਓ, ਜਿਹੜੇ ਥਾਂ ਥਾਂ 'ਤੇ ਧੱਕੇ ਮੱਥੇ ਟੇਕਦੇ ਫਿਰਦੇ ਨੇ, ਕੀ ਉਹਨਾਂ ਨੇ ਬੰਦਿਆਂ ਨੂੰ ਰੱਬ ਨਹੀਂ ਬਣਾ ਤਰਿਆ? ਉਹ ਦੱਸਦੇ ਨਹੀਂ ਵੀ ਸਾਨੂੰ ਤਾਂ ਸੁੱਝ ਗਿਆ ਜੀ, ਅਸੀਂ ਤਾਂ ਕਹਿੰਦੇ ਫਲਾਣਾ। ਗੁਰੂ ਤੋਂ ਉੱਤੇ ਵੀ ਬੰਦੇ ਬਣਾ ਤਰੇ। ਜਿਹੜੇ ਆ ਸਾਧ ਬਾਬੇ, ਮਾਫ ਕਰਨਾ, ਗੁੱਸਾ ਨਾ ਮਨਾਇਓ, ਆ ਜਿਹੜੇ ਸਾਧ ਬਾਬੇ ਸੰਤ ਬਾਬਿਆਂ ਕੋਲ ਜਾਂਦੇ ਨੇ, ਉਹ ਜ਼ਰੂਰ ਕਹਿੰਦੇ ਨੇ ਸਾਨੂੰ ਗੁਰੂ ਨਾਲ ਜੋੜਿਆ, ਪਰ ਉਹ ਆਪਣੇ ਬਾਬਿਆਂ ਨੂੰ ਗੁਰੂ ਮੰਨਦੇ ਨੇ। ਕਿੱਦਾਂ? ਗੁਰੂ ਗ੍ਰੰਥ ਸਾਹਿਬ ਅੱਗੇ ਵੀ ਸਿਰ ਝੁਕਾਉਂਦੇ, ਉਹਨਾਂ ਗਾੜੀ ਵੀ ਸਿਰ ਝੁਕਾਉਂਦੇ। ਗੁਰੂ ਗ੍ਰੰਥ ਸਾਹਿਬ ਕੋਲੋਂ ਤੇ ਕੁਝ ਪੁੱਛਦੇ ਨਹੀਂ, ਬਾਬਿਆਂ ਕੋਲੋਂ ਤੇ ਪੁੱਛਦੇ ਨੇ। ਪੁੱਤਰ ਦਾ ਆਨੰਦ ਕਾਰਜ ਕਰਨਾ, ਬਾਬੇ ਨੂੰ ਪੁੱਛਣਾ। ਧੀ ਦਾ ਆਨੰਦ ਕਾਰਜ ਕਰਨਾ, ਬਾਬੇ ਨੂੰ ਪੁੱਛਣਾ। ਗੱਡੀ ਖਰੀਦਣੀ, ਬਾਬੇ ਨੂੰ ਪੁੱਛਣਾ। ਘਰ ਬਣਾਉਣਾ, ਬਾਬੇ ਨੂੰ ਪੁੱਛਣਾ। ਖੇਤਾਂ 'ਚ ਬੋਰ ਕਰਾਉਣਾ, ਬਾਬੇ ਨੂੰ ਪੁੱਛਣਾ। ਪੁੱਤਰ ਨੂੰ ਵਿਦੇਸ਼ ਭੇਜਣਾ, ਬਾਬੇ ਨੂੰ ਪੁੱਛਣਾ। ਹੋਰ ਕਿੱਦਾਂ ਗੁਰੂ ਮੰਨਣਾ? ਹੋਰ ਗੁਰੂ ਦੀ ਡੈਫੀਨੇਸ਼ਨ ਇਹੋ ਹੀ, ਬੰਦਿਆਂ ਨੂੰ ਗੁਰੂ ਬਣਾ ਤਰਿਆ। ਇੱਥੇ ਬਾਣੀ ਕਹਿੰਦੀ ਤੇਹਾ ਕੋਏ ਨਾ ਸੁਝਈ। ਉਹੋ ਜਿਹਾ ਮੈਨੂੰ ਕੋਈ ਹੋਰ ਸੁਝਦਾ ਨਹੀਂ। ਜੇ ਤਿਸ ਗੁਣ ਕੋਏ ਕਰੇ, ਜਿਹੜਾ ਮੇਰੇ ਵਿੱਚ ਇੱਦਾਂ ਦੇ ਗੁਣ ਪੈਦਾ ਕਰ ਸਕੇ, ਜਿਹੜਾ ਮੈਨੂੰ ਆਪੇ ਦੀ ਪਹਿਚਾਣ ਕਰਾ ਸਕੇ, ਜਿਹੜਾ ਮੈਨੂੰ ਆਪਣੇ ਆਪ ਨਾਲ ਜੋੜ ਸਕੇ, ਜਿਹੜਾ ਮੈਨੂੰ ਦੱਸ ਸਕੇ ਕਿ ਤੇਰੇ ਵਿੱਚ ਸਭ ਕੁਝ ਹੈ। ਮਹਾਰਾਜ ਕਹਿੰਦੇ ਨੇ ਜ਼ਿੰਦਗੀ 'ਚ ਗੁਣ ਨਾ ਆਏ, ਜ਼ਿੰਦਗੀ 'ਚ ਤੇਰੇ ਗੁਣ ਨਾ ਪੈਦਾ ਹੋਏ, ਤੇ ਬੇਸ਼ੱਕ ਜਿੰਨੀ ਮਰਜ਼ੀ ਉਮਰ ਭੋਗ ਲਈ, ਜਿੰਨਾ ਮਰਜ਼ੀ ਲੰਬਾ ਟਾਈਮ ਸੰਸਾਰ 'ਤੇ ਰਹਿ ਲਈ। ਇਸ ਪੌੜੀ 'ਚ ਇਹ ਵਿਚਾਰ ਦਿੱਤੀ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਗੁਣ ਹੋਏ ਤੇ ਬਾਬਾ ਫਤਿਹ ਸਿੰਘ ਦੀ ਤਰ੍ਹਾਂ 7 ਸਾਲ ਹੀ ਬਹੁਤ ਨੇ। ਗੁਣ ਹੋਏ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਿਬਜ਼ਾਦੇ ਅਜੇ ਸਿੰਘ ਦੀ ਤਰ੍ਹਾਂ 4 ਸਾਲ 7 ਮਹੀਨੇ ਬਹੁਤ ਨੇ। ਗੁਣ ਹੋਏ ਤਾਂ ਫਿਰ ਫਰਕਸ਼ੀਅਰ ਦੀ ਦਰਬਾਰ ਦੇ ਵਿੱਚ ਜਿਸ ਮਾਂ ਨੇ ਆਖਿਆ ਸੀ, ਜਿਸ ਬੱਚੇ ਨੇ ਆਖਿਆ ਸੀ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਗੁਰੂ ਦਾ ਸਿੱਖ ਹਾਂ। ਕਿੰਨੀ ਉਮਰ ਸੀ? ਅਜੇ ਆਨੰਦ ਕਾਰਜ ਹੋਏ ਨੂੰ ਥੋੜ੍ਹਾ ਟਾਈਮ ਹੋਇਆ ਸੀ। ਉਮਰ ਇੰਨੀ ਬੜੀ ਹੈ। ਉਮਰ ਦਾ ਤਕਾਜ਼ਾ ਨਹੀਂ ਕਿੰਨੀ ਬਤੀਤ ਕੀਤੀ ਹੈ। ਇੱਥੇ ਗੱਲ ਕਹੀ ਜੇ ਗੁਣ ਨਾ ਹੋਏ ਤੇ ਫਿਰ ਜੇ ਜੁਗ ਚਾਰੇ ਆਰਜਾ, ਜੇ 4 ਯੁੱਗ ਉਮਰ ਹੋ ਗਈ, ਇਕੱਲੀ 4 ਯੁੱਗ ਨਹੀਂ, ਹੋਰ ਦਸੂਣੀ ਹੋਏ। ਕਿਉਂਕਿ ਜੋਗੀ ਲੋਕ ਆਪਣੀ ਉਮਰ ਵਧਾਉਣ ਵਾਸਤੇ ਬੜੇ ਇੱਦਾਂ ਦੇ ਨਾਟਕ ਕਰਦੇ ਰਹੇ, ਸਵਾਸ ਰੋਕਦੇ ਰਹੇ ਵੀ ਉਮਰ ਲੰਬੀ ਹੋ ਜਾਏਗੀ। ਉੱਦਾਂ ਤੁਸੀਂ ਆਪਣੀ ਜ਼ਿੰਦਗੀ 'ਚ ਮੰਨ ਲਓ ਜੇ ਉਮਰ ਲੰਬੀ ਹੋ ਵੀ ਗਈ, ਕੀ ਹੋਏਗਾ ਜੇ ਜ਼ਿੰਦਗੀ 'ਚ ਗੁਣ ਨਾ ਹੋਏ ਤਾਂ? ਕਈ ਤੁਸੀਂ ਸੰਸਾਰ 'ਤੇ ਬੰਦੇ ਵੇਖੇ ਜਿਨ੍ਹਾਂ ਦੀ ਉਮਰ ਬੜੀ ਲੰਬੇਰੀ ਹੈ, ਪਰਿਵਾਰ ਨੂੰ ਹੀ ਸੁੱਖ ਨਹੀਂ ਮਿਲਿਆ ਅਜੇ ਤੱਕ। ਜਿਹਨੇ ਲਾਵਾਂ ਲਈਆਂ ਸੀ ਉਹਨੂੰ ਹੀ ਸੁੱਖ ਨਹੀਂ ਮਿਲਿਆ, ਬੱਚਿਆਂ ਨੂੰ ਹੀ ਸੁੱਖ ਨਹੀਂ ਮਿਲਿਆ। ਇੱਕ ਬੇਨਤੀ ਸੁਣਿਓ ਧਿਆਨ ਨਾਲ, ਗੁਣ ਬੜੀ ਵੱਡੀ ਚੀਜ਼ ਹੈ। ਜਦੋਂ ਅਸੀਂ ਸਤਿਗੁਰ ਦੀ ਬਾਣੀ ਪੜ੍ਹਦੇ, ਮੈਂ ਆਪਣੀ ਜ਼ਿੰਦਗੀ 'ਚ ਕਈ ਐਸੇ ਬਾਪ ਵੇਖੇ ਜਿਨ੍ਹਾਂ ਨੇ ਆਨੰਦ ਕਾਰਜ ਕਰਾਇਆ, ਬੱਚੇ ਹੋਏ, ਨਸ਼ੇ ਪੀਤੇ। ਆਪਣੀ ਪਤਨੀ ਦੇ ਕੋਲੋਂ ਜਿਹੜੇ ਵਿਚਾਰੀ ਲੋਕਾਂ ਦੇ ਬਰਤਨ ਮਾਂਜ ਕੇ ਪੈਸੇ ਲੈ ਕੇ ਆਉਂਦੀ ਸੀ, ਉਹ ਖੋਹ ਕੇ ਆਪਣੇ ਨਸ਼ੇ ਪੂਰੇ ਕੀਤੇ।
ਇਹ ਹੀ ਨਹੀਂ ਪਤਾ ਮੇਰੇ ਬੱਚੇ, ਮੇਰੇ ਪੁੱਤਰ ਧੀਆਂ ਕਿਹੜੇ ਸਕੂਲ 'ਚ ਪੜ੍ਹਦੇ ਨੇ। ਜਦੋਂ ਕੱਲ੍ਹ ਨੂੰ ਉਹਦਾ ਪਤੀ ਚੜ੍ਹਾਈ ਕਰ ਗਿਆ, ਆਣ ਕੇ ਲੋਕ ਕਹਿੰਦੇ ਨੇ ਤੇਰੇ ਸਿਰੋਂ ਪਤੀ ਦਾ ਸਾਇਆ ਉੱਠ ਗਿਆ, ਤੇਰੇ ਬੱਚੇ ਅਨਾਥ ਹੋ ਗਏ। ਉਹ ਅੰਦਰੋਂ ਸੋਚਦੀ ਹੈ, ਤੁਸੀਂ ਕਹਿੰਦੇ ਮੇਰੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ, ਸਾਇਆ ਹੈ ਹੀ ਕਦੋਂ ਸੀ? ਤੁਸੀਂ ਮੈਨੂੰ ਕਹਿੰਦੇ ਅੱਜ ਮੈਂ ਵਿਧਵਾ ਹੋ ਗਈ, ਮੈਂ ਸੁਹਾਗਣ ਹੈ ਹੀ ਕਦੋਂ ਸੀ? ਸਿਰਫ ਇਹਨੇ ਮੇਰੇ ਬੱਚਿਆਂ ਨੂੰ ਜਨਮ ਦਿੱਤਾ ਹੈ, ਇਹ ਬੱਚਿਆਂ ਦਾ ਬਾਪ ਅਖਵਾਉਣ ਦਾ ਹੱਕ ਰੱਖਦਾ ਸੀ, ਇਹਨੇ ਕਦੀ ਫਰਜ਼ ਪੂਰਾ ਨਹੀਂ ਕੀਤਾ। ਇਕੱਲੇ ਸਕੂਲ ਦੇ ਸਰਟੀਫਿਕੇਟ ਦੇ ਉੱਤੇ ਪਿਤਾ ਦਾ ਨਾਂ ਆ ਜਾਣਾ ਵੱਡੀ ਗੱਲ ਨਹੀਂ। ਇਹਨੂੰ ਪੁੱਛੋ ਕਦੀ ਇਹਨੇ ਬੱਚਿਆਂ ਦੀ ਫੀਸ ਤਾਰਨ ਬਾਰੇ, ਬੱਚਿਆਂ ਨੂੰ ਪੜ੍ਹਾਉਣ ਬਾਰੇ ਕਦੀ ਪਤਾ ਸੀ? ਕੱਖ ਵੀ ਨਹੀਂ ਸੀ ਪਤਾ। ਮੈਨੂੰ ਪਤਾ ਮੈਂ ਨਰਕ ਭੋਗਿਆ। ਸੰਸਾਰ 'ਤੇ ਸੈਂਕੜੇ ਪਤਨੀਆਂ ਇੱਦਾਂ ਦਾ ਨਰਕ ਭੋਗ ਰਹੀਆਂ ਨੇ। ਫਿਰ ਗੱਲ ਨੂੰ ਸਮਝਣਾ ਧਿਆਨ ਨਾਲ। ਗੁਣ ਬੜੀ ਵੱਡੀ ਚੀਜ਼ ਹੈ। ਮਾਰੇ ਕਹਿੰਦੇ ਮੰਨ ਲਓ 4 ਯੁੱਗ ਉਮਰ ਹੋ ਜਾਏ, 4 ਯੁੱਗ ਨਹੀਂ, ਇਹਨੂੰ 10 ਗੁਣਾ ਹੋਰ ਕਰ ਦਿਓ, 40 ਯੁੱਗ ਹੋ ਜਾਏ। ਲੰਬੀ ਉਮਰ ਨਾਲ ਕੀ ਹੈ? ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਅੱਗੇ ਕਹਿੰਦੇ ਨਵਾਂ ਖੰਡਾਂ ਵਿੱਚ ਜਾਣੀਏ। ਇਕੱਲੀ ਉਮਰ ਹੀ ਲੰਬੀ ਨਾ ਹੋਵੇ, 9 ਖੰਡ ਮੀਨਿੰਗ ਸਮੁੱਚੀ ਧਰਤੀ 'ਤੇ ਤੇਰੀ ਬੱਲੇ ਬੱਲੇ ਹੋਵੇ। ਤੇਰੀ ਜਾਣ ਪਹਿਚਾਣ ਕਰਾਉਣ ਵਾਸਤੇ ਕਿਸੇ ਨੂੰ ਦੱਸਣ ਦੀ ਲੋੜ ਨਾ ਪਵੇ। ਤੂੰ ਜਾ ਕੇ ਖਲੋਵੇਂ ਅਤੇ ਲੋਕੀ ਤੈਨੂੰ ਜਾਣਦੇ ਹੋਣ, ਤੂੰ ਇੰਨਾ ਮਸ਼ਹੂਰ ਬੰਦਾ ਹੋਵੇ, ਇੰਨੀ ਲੋਕਾਂ 'ਚ ਤੇਰੀ ਚਰਚਾ ਹੋਵੇ, ਕਹਿਣ ਬੜਾ ਬੰਦਾ ਮਸ਼ਹੂਰ ਹੈ। ਵੀ ਹੁੰਦੇ ਨਾ ਕਈ ਬੰਦੇ, ਕਈਆਂ ਨੂੰ ਦੱਸਣਾ ਪੈਂਦਾ ਫਲਾਣਾ ਬੰਦਾ, ਅਤੇ ਕਈ ਬੰਦੇ ਜਾ ਕੇ ਖਲੋ ਜਾਣ, ਪਤਾ ਹੁੰਦਾ ਉਸ ਬੰਦੇ ਨੂੰ ਵੀ ਇਹ ਬੰਦਾ ਫਲਾਣਾ ਹੈ। ਕਹਿੰਦੇ ਮੰਨ ਲਓ ਤੇਰੇ 'ਚ ਗੁਣ ਆ ਜਾਣ, ਤੇਰੇ 'ਚ ਇੰਨੀ ਸ਼ੋਭਾ ਹੋਵੇ, ਉਮਰ ਲੰਬੀ ਹੋਵੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ। ਨਾਲ ਚੱਲੈ ਸਭ ਕੋਏ ਦਾ ਅਰਥ ਹੈ ਲੋਕ ਤੇਰੇ ਨਾਲ ਤੁਰਨ, ਤੇਰੀ ਜੈ ਜੈਕਾਰ ਹੋਵੇ, ਤੇਰੀ ਸ਼ੋਭਾ ਹੋਵੇ, ਤੂੰ ਅੱਗੇ ਤੁਰੇ ਅਤੇ ਕਾਫਲਾ ਤੇਰੇ ਪਿੱਛੇ ਤੁਰੇ, ਵੀ ਭਾਈ ਬੰਦਾ ਕੁਝ ਹੈ। ਨਾਲ ਚੱਲੈ ਸਭ ਕੋਏ, ਤੇਰੇ ਅੱਗੇ ਪਿੱਛੇ ਬੰਦੇ ਘੁੰਮਣ। ਨਾਲ ਚੱਲੇ ਸਭ ਕੁਝ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ। ਅਗਰ ਚੰਗਾ ਨਾਮ ਰਖਾਏ ਕੈ, ਤੇਰਾ ਨਾਮਣਾ ਚੰਗਾ ਹੋਵੇ। ਜਸ ਕੀਰਤ ਜਗ ਲੈ, ਤੇਰਾ ਸੰਸਾਰ 'ਤੇ ਜਸ ਹੋਵੇ, ਤੇਰੀ ਕੀਰਤੀ ਹੋਵੇ। ਚੰਗਾ ਨਾਮ ਰਖਾਏ ਕੈ, ਜਸ ਕੀਰਤ ਜਗ ਲੈ। ਜੇ ਤਿਸ ਨਜ਼ਰ ਨਾ ਆਵਈ, ਆ ਮੇਨ ਗੱਲ ਆ ਹੈ, ਜੇ ਤਿਸ ਨਜ਼ਰ ਨਾ ਆਵਈ, ਜੇ ਮੈਂ ਉਸ ਮਾਲਕ ਦੀ ਨਜ਼ਰ ਦਾ ਪਾਤਰ ਨਹੀਂ ਬਣਿਆ, ਤੇ ਜੇ ਮੈਂ ਉਹਦੀਆਂ ਨਜ਼ਰਾਂ 'ਚ ਪ੍ਰਵਾਨ ਨਹੀਂ ਹੋਇਆ, ਤੇ ਪ੍ਰਵਾਨ ਹੋਣ ਲਈ ਕੀ ਕਰਨਾ ਪੈਣਾ ਸੀ ਭਲਾ? ਉਹਦੀ ਰਜ਼ਾ 'ਚ ਤੁਰਨਾ ਪੈਣਾ ਸੀ, ਗੁਣ ਪੈਦਾ ਕਰਨੇ ਪੈਣੇ ਸੀ। ਉਹ ਨਹੀਂ ਹੈਗੇ। ਜੇ ਗੁਣ ਨਾ ਹੋਏ ਕੀ ਫਾਇਦਾ ਲੰਬੀ ਉਮਰ ਦਾ? ਗੁਣ ਨਾ ਹੋਏ ਕੀ ਫਾਇਦਾ ਤੇਰੀ ਬੱਲੇ ਬੱਲੇ ਦਾ? ਜੇ ਗੁਣ ਨਾ ਹੋਏ, ਅੱਗੇ ਪਿੱਛੇ ਆ ਬੜੇ ਲੀਡਰ ਨੇ ਜਿਨ੍ਹਾਂ ਦੇ ਅੱਗੇ ਪਿੱਛੇ ਲੋਕ ਘੁੰਮਦੇ ਨੇ, ਮੂੰਹ 'ਤੇ ਤਾਰੀਫਾਂ ਕਰਦੇ ਨੇ, ਸਟੇਜ ਤੋਂ ਥੱਲੇ ਉਤਰਦੇ ਸਾਰ ਲੋਕ ਗਾਲਾਂ ਕੱਢਦੇ ਨੇ। ਕਿਉਂ? ਉਹ ਸੋਚਦੇ ਸਾਡੀ ਵਡਿਆਈ ਨਹੀਂ ਹੈ, ਉਹ ਚਾਪਲੂਸੀ ਕਰਦੇ ਤੁਹਾਡੇ ਕੋਲੋਂ ਕੰਮ ਕਢਾਉਣ ਲਈ। ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੇ ਕਿ, ਕਹਿਣਗੇ ਜੇ ਉਹਦੀ ਨਜ਼ਰ ਦਾ ਪਾਤਰ ਨਾ ਬਣਿਆ, ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ। ਕੀਟਾਂ ਅੰਦਰ ਕੀਟ, ਫਿਰ ਕੀੜਿਆਂ ਵਿੱਚ ਇੱਕ ਨਿੱਕਾ ਜਿਹਾ ਕੀੜਾ, ਕਰ ਦੋਸ਼ੀ। ਕੀਟਾਂ ਅੰਦਰ ਕੀਟ, ਕਰ ਦੋਸ਼ੀ, ਦੋਸ਼ ਧਰੇ ਤੈਨੂੰ ਕੀੜਿਆਂ ਵਿੱਚ ਇੱਕ ਨਿੱਕਾ ਜਿਹਾ ਕੀੜਾ। ਹੁਣ ਕੀੜਾ ਸ਼ਬਦ ਪਤਾ ਕਿਉਂ ਵਰਤਿਆ? ਕੀੜੇ ਦੀ ਕੋਈ ਪਾਇਆ ਨਹੀਂ ਹੁੰਦੀ, ਕੋਈ ਪਾਇਆ ਨਹੀਂ ਹੁੰਦੀ। ਮਸਲਿਆ ਜਾ ਸਕਦਾ ਪੈਰ ਥੱਲੇ, ਕੀ ਪਾਇਆ ਕੀੜੇ ਦੀ? ਮਿੰਟਾਂ 'ਚ ਮਸਲਿਆ ਜਾਂਦਾ। ਕਹਿੰਦੇ ਇੰਨਾ ਕੁਝ ਤੇਰੇ ਕੋਲ, ਐਡੀ ਲੰਬੀ ਉਮਰ, ਇੰਨਾ ਤੇਰਾ ਨਾਮਣਾ, ਇੰਨਾ ਤੇਰੀ ਬੱਲੇ ਬੱਲੇ, ਪਰ ਜੇ ਗੁਣ ਨਾ ਹੋਏ, ਚੰਗਿਆਈ ਨਾ ਹੋਈ, ਤੇਰੀ ਵੈਲਿਊ ਇੱਕ ਕੀੜੇ ਤੋਂ ਵੱਧ ਕੇ ਕੁਝ ਵੀ ਨਹੀਂ। ਇਹ 7 ਨੰਬਰ ਪੌੜੀ ਨੂੰ ਧਿਆਨ ਨਾਲ ਪੜ੍ਹਿਓ। ਕੀਟਾਂ ਅੰਦਰ ਕੀਟ, ਕਰ ਦੋਸ਼ੀ। ਜਿਵੇਂ ਅਦਾਲਤ ਵਿੱਚ ਨਹੀਂ ਪਹਿਲਾਂ ਦੋਸ਼ ਥਾਪਿਆ ਜਾਂਦਾ, ਫਿਰ ਜੇਲ੍ਹ ਧੱਕਦੇ, ਇੱਦਾਂ ਥੋੜ੍ਹਾ ਜੇਲ੍ਹ 'ਚ। ਉਹ ਠੀਕ ਹੈ ਜਦੋਂ ਆਪਣਾ FIR ਕੱਟੀ ਜਾਂਦੀ, ਇੱਕ ਵਾਰੀ ਉਹਨੂੰ ਲੈ ਜਾਂਦੇ ਜੇਲ੍ਹ 'ਚ, ਪਰ ਅਜੇ ਆਸ ਹੁੰਦੀ ਹੈ ਨਾ ਵੀ ਅਜੇ ਕੇਸ ਚੱਲ ਰਿਹਾ, ਵਕੀਲ ਬਹਿਸ ਕਰ ਰਿਹਾ। ਪਰ ਜਦੋਂ ਵਕੀਲ ਬਹਿਸ ਕਰਨ ਤੋਂ ਬਾਅਦ ਜਦੋਂ ਜੱਜ ਫੈਸਲਾ ਸੁਣਾਉਂਦਾ, ਕਹਿੰਦਾ ਜੀ ਇਹ ਦੋਸ਼ ਸਾਬਤ ਹੋ ਗਿਆ, ਇਹਨੇ ਕਤਲ ਕੀਤਾ, ਇਹਨੇ ਮਰਡਰ ਕੀਤਾ, ਇਹਨੇ ਰਿਸ਼ਵਤ ਲਈ ਹੈ, ਚਲੋ ਦੋਸ਼ ਸਾਬਤ ਹੋ ਗਿਆ, ਚੱਲ ਜੇਲ੍ਹ 'ਚ। ਕਰ ਦੋਸ਼ੀ, ਤੇਰੇ 'ਤੇ ਦੋਸ਼ ਥੱਪੇ, ਤੇਰੇ 'ਤੇ ਦੋਸ਼ ਲੱਗੇਗਾ, ਕਾਹਦਾ ਭਲਾ? ਸੱਚ ਤੋਂ ਬਿਨਾਂ ਜ਼ਿੰਦਗੀ ਜਿਉਣ ਦਾ। ਦੋਸ਼ ਲੱਗੇਗਾ ਤੂੰ ਜ਼ਿੰਦਗੀ 'ਚ ਗੁਣ ਨਹੀਂ ਪੈਦਾ ਕੀਤੇ, ਦੋਸ਼ ਲੱਗੇਗਾ ਤੇਰੇ ਚੰਗਿਆਈ ਨਹੀਂ ਹੈਗੀ, ਦੋਸ਼ ਲੱਗੇਗਾ ਤੂੰ ਸੱਚ ਨਾਲੋਂ ਦੂਰੀ ਬਣਾ ਕੇ ਜ਼ਿੰਦਗੀ ਬਤੀਤ ਕੀਤੀ ਹੈ। ਤੂੰ ਲੱਗ ਕਹੀ ਜਾ ਮੇਰੀ ਇੰਨੀ ਲੰਬੀ ਉਮਰ ਹੈ, ਤੂੰ ਲੱਗ ਕਹੀ ਜਾ ਮੇਰਾ ਨਾਮਣਾ ਬੜਾ, ਤੂੰ ਲੱਗ ਕਹੀ ਜਾ ਮੈਨੂੰ ਦੁਨੀਆ ਬੜੀ ਜਾਣਦੀ ਹੈ। ਇਹ ਚੀਜ਼ਾਂ ਦੀ ਕੋਈ ਵੈਲਿਊ ਨਹੀਂ, ਕੋਈ ਵੈਲਿਊ ਨਹੀਂ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ,
ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕੀੜਿਆਂ ਵਿੱਚ ਇੱਕ ਕੀੜਾ ਨਿੱਕਾ ਜਿਹਾ ਕਰ ਦੋਸ਼ੀ ਦੋਸ਼ ਧਰੇ ਤੇਰੇ ਤੇ ਦੋਸ਼ ਟੱਪਿਆ ਜਾਏਗਾ ਕਾਹਦਾ ਭਲਾ ਕਿ ਤੂੰ ਸੱਚ ਤੋਂ ਦੂਰੀ ਬਣਾ ਕੇ ਜ਼ਿੰਦਗੀ ਬਤੀਤ ਕੀਤੀ। ਇਹ 7 ਨੰਬਰ ਪੌੜੀ ਹੈ ਜਿਹਦੀ ਆਪਾਂ ਵਿਚਾਰ ਕੀਤੀ ਹੈ। ਨਾਨਕ ਨਿਰਗੁਣ ਗੁਣ ਕਰੇ। ਹੇ ਨਾਨਕ, ਜਿਨ੍ਹਾਂ 'ਚ ਕੋਈ ਗੁਣ ਨਹੀਂ ਉਹ ਮਾਲਕ ਪਰਿਪੂਰਨ ਪਰਮਾਤਮਾ ਨਾਲ ਸਾਂਝ ਪਾਉਣ ਨਾਲ ਆਪਣੀ ਜ਼ਿੰਦਗੀ 'ਚ ਗੁਣ ਪੈਦਾ ਹੁੰਦੇ ਨੇ, ਚੰਗਿਆਈ ਆਉਂਦੀ ਹੈ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਪਰ ਉਹਦੇ ਵਰਗਾ ਕੋਈ ਦੂਸਰਾ ਨਹੀਂ ਸੋਚਦਾ ਜਿਹਦੇ ਨਾਲ ਮੈਂ ਸਾਂਝ ਪਾ ਕੇ ਆਪਣੀ ਜ਼ਿੰਦਗੀ 'ਚ ਮਹਾਰਾਜ ਗੁਣ ਪੈਦਾ ਕਰ ਸਕਾਂ, ਚੰਗਿਆਈ ਪੈਦਾ ਕਰ ਸਕਾਂ। ਇਹ 7 ਨੰਬਰ ਪੌੜੀ ਦੀ ਆਪਾਂ ਵਿਚਾਰ ਸਾਂਝੀ ਕੀਤੀ ਹੈ। ਇੱਕ ਵਾਰੀ ਦੁਬਾਰਾ ਆਪਾਂ ਸੰਖੇਪ ਸ਼ਬਦਾਂ 'ਚ ਇਹ 'ਤੇ ਵਿਚਾਰ ਸਾਂਝੇ ਕਰ ਲੈਂਦੇ ਹਾਂ ਤਾਂ ਕਿ ਸਾਨੂੰ ਪਤਾ ਲੱਗ ਜਾਏ ਪੌੜੀ ਦਾ ਸਾਰ-ਅੰਸ਼ ਕੀ ਹੈ। ਇਹ ਸਮੁੱਚੀ ਪੌੜੀ ਦਾ ਸਾਰ-ਅੰਸ਼ ਇਹ ਹੈ, ਜੇ ਜ਼ਿੰਦਗੀ 'ਚ ਆਪਣੇ ਗੁਣ ਪੈਦਾ ਨਾ ਕੀਤੇ, ਚੰਗਿਆਈ ਨਾ ਆਈ, ਉਮਰ ਭਾਵੇਂ 100 ਸਾਲ ਭੋਗ ਲਈ, ਉਮਰ ਭਾਵੇਂ 125 ਸਾਲ ਭੋਗ ਲਈ, ਤੇਰਾ ਬੜਾ ਨਾਮਣਾ ਹੋਵੇ, ਤੇਰੀ ਬੱਲੇ ਬੱਲੇ ਹੋਵੇ, ਤੇਰੇ ਨਾਲ ਕਾਫਲਿਆਂ ਦੇ ਕਾਫਲੇ ਤੁਰਨ, ਅੱਗੇ ਪਿੱਛੇ ਲੋਕ ਤੇਰੇ ਨਾਲ ਹੋਣ, ਤੇਰੀ ਜੈ ਜੈਕਾਰ ਕਰਨ, ਪਰ ਇਹ ਨਾ ਸੋਚੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਜੇ ਗੁਣ ਨਾ ਹੋਏ, ਕੁਆਲਿਟੀ ਨਾ ਹੋਈ, ਤੇ ਤੂੰ ਉਸ ਮਾਲਕ ਦੀਆਂ ਨਜ਼ਰਾਂ 'ਚ ਇੱਕ ਕੀੜੇ ਤੋਂ ਵੱਧ ਕੇ ਕੁਝ ਵੀ ਨਹੀਂ, ਜਿਹਦੀ ਕੋਈ ਪਾਇਆ ਨਹੀਂ, ਕੋਈ ਹਸਤੀ ਨਹੀਂ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, 4 ਯੁੱਗ ਉਮਰ ਤੋਂ ਬਾਅਦ 10 ਗੁਣਾ ਯਾਨੀ ਕਿ 4 ਗੁਣਾ ਹੋਰ ਵੱਧ ਗਈ, 40 ਯੁੱਗ ਹੋ ਗਈ, ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਹੁਣ 4 ਤੋਂ ਬਾਅਦ 10 ਗੁਣਾ ਹੋਰ ਵੱਧ ਗਏ, 40 ਯੁੱਗ ਉਮਰ ਹੋ ਗਈ ਤੇਰੀ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ। ਕਿਉਂਕਿ ਇੱਥੇ ਉਮਰ ਲੰਬੀ ਵਧਾਉਣ ਵਾਸਤੇ ਵੀ ਬੜੇ ਅੰਮ੍ਰਿਤ ਪੀਂਦੇ ਰਹੇ ਲੋਕ, ਵੀ ਉਮਰ ਲੰਬੀ ਹੋਏਗਾ ਸ਼ਾਇਦ ਇਹਦੇ ਨਾਲ ਮੈਂ ਫਲਾਣੀ ਪ੍ਰਾਪਤੀ ਕਰ ਲਵਾਂਗਾ। ਲੰਬੀ ਉਮਰ ਵਾਸਤੇ ਵੀ ਲੋਕ ਬੜਾ ਕੁਝ ਕਰਦੇ ਰਹੇ, ਆਪਣੀ ਬੱਲੇ ਬੱਲੇ ਵਾਸਤੇ ਵੀ ਲੋਕ ਬੜਾ, ਵੀ ਲੋਕ ਮੈਨੂੰ ਜਾਣਦੇ ਹੋਣ। ਇਹ ਕਿਹੜੀ ਵੱਡੀ ਗੱਲ ਹੈ, ਜਾਣਦੇ ਹੋਣਗੇ ਫਿਰ ਕੀ ਹੋ ਜਾਏਗਾ। ਬੜੇ ਲੋਕ ਨੇ ਇੱਥੇ ਬੇਈਮਾਨੀਆਂ ਕਰਨ ਵਾਲੇ ਨੂੰ ਲੋਕ ਨਹੀਂ ਜਾਣਦੇ। ਜੇ ਆਪਾਂ ਚਰਚਾ ਦੀ ਗੱਲ ਕਰਾਂਗੇ, ਜਿੰਨੀ ਮਸ਼ਹੂਰੀ ਕਿਸੇ ਚੰਗੇ ਬੰਦੇ ਦੀ ਹੁੰਦੀ ਹੈ, ਬੇਈਮਾਨੀ ਤੇ ਠੱਗੀ ਮਾਰਨ ਵਾਲੇ ਦੀ ਵੀ ਮਸ਼ਹੂਰੀ ਰਾਤੋਂ ਰਾਤ ਹੋ ਜਾਂਦੀ ਹੈ। ਕੋਈ ਬੰਦਾ ਕੋਈ ਗਲਤ ਕੰਮ ਕਰਦਾ ਤਾਂ ਰਾਤੋਂ ਰਾਤ ਉਹਨੂੰ ਦੁਨੀਆ ਜਾਣਨ ਲੱਗ ਪੈਂਦੀ ਹੈ ਕਿ ਉਹ ਜਾਣ ਪਛਾਣ ਬੜੀ ਚੰਗੀ ਚੀਜ਼ ਹੈ, ਉਹਦੇ ਨਾਲ ਉਹਦੀ ਇੱਜ਼ਤ ਬਣ ਗਈ। ਨਹੀਂ, ਗੱਲ ਗੁਣਾਂ 'ਤੇ ਆਣ ਕੇ ਡਿੱਗਣੀ ਹੈ। ਤੁਸੀਂ ਪੇਪਰ ਰੋਜ਼ ਪੜ੍ਹਦੇ ਹੋ, ਪੇਪਰ ਵਿੱਚ ਅਖਬਾਰ ਵਿੱਚ ਚੰਗੀਆਂ ਖਬਰਾਂ ਵੀ ਆਉਂਦੀਆਂ, ਮਾੜੀਆਂ ਵੀ ਆਉਂਦੀਆਂ ਨੇ। ਇੱਕ ਬਲਾਤਕਾਰੀ ਬੰਦੇ ਦਾ ਨਾਮ ਹੀ ਆਉਂਦਾ ਜਦੋਂ ਕਿਸੇ ਲੜਕੀ ਦਾ ਰੇਪ ਕੀਤਾ ਜਾਂਦਾ ਹੈ। ਜੇ ਪਿੱਛੇ ਜੇ 4 ਜਾਣਿਆਂ ਨੇ ਲੜਕੀ ਦਾ ਰੇਪ ਕੀਤਾ ਸੀ, ਉਹ 4 ਜਾਣਿਆਂ ਦਾ ਨਾਮ ਆਇਆ ਸੀ ਨਾ। ਇਕੱਲੇ ਭਾਰਤ ਨਹੀਂ, ਪੂਰੀ ਦੁਨੀਆ 'ਤੇ ਉਹਨਾਂ ਦੇ ਨਾਂ ਤੋਂ ਲੋਕ ਜਾਣੂ ਹੋ ਗਏ ਸੀ। ਪਰ ਚੰਗੀ ਗੱਲ ਸੀ, ਨਾਂ ਤੇ ਦੁਨੀਆ ਸਾਰੀ ਜਾਣ ਗਈ। ਨਾਂ ਦੇ ਨਾਲ ਕੀ ਹੋ ਜਾਣਾ ਹੈ, ਗੱਲ ਗੁਣਾਂ 'ਤੇ ਆਣ ਕੇ ਡਿੱਗਣੀ ਹੈ। ਕੁਆਲਿਟੀ ਵੇਖੀ ਜਾਣੀ ਹੈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹੇ ਜਸ ਕੀਰਤ ਜਗ ਲੈ। ਤੇਰਾ ਨਾਮਣਾ ਚੰਗਾ ਹੋਵੇ, ਦੁਨੀਆ 'ਤੇ ਤੇਰਾ ਜਸ ਹੋਵੇ, ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਹੇ ਜਸ ਕੀਰਤ ਜਗ ਲੈ। ਪਰ ਜੇ ਆਹ ਮੇਨ ਗੱਲ, ਜੇ ਤਿਸ ਨਜ਼ਰ ਨਾ ਆਵਈ, ਜੇ ਮੈਂ ਉਸ ਬਾਪੂ ਦੀ ਨਜ਼ਰ ਦਾ ਪਾਤਰ ਨਾ ਬਣਿਆ, ਜੇ ਮੈਂ ਉਸ ਮਾਲਕ ਨੂੰ ਪ੍ਰਸਾਨੀ ਨਾ ਕਰ ਸਕਿਆ, ਜੇ ਮੈਂ ਉਹਦੇ ਹੁਕਮ 'ਚ ਹੀ ਨਾ ਤੁਰ ਸਕਿਆ, ਉਹਦੀ ਮਰਿਆਦਾ ਨੇਮ ਹੀ ਨਾ ਸਮਝ ਸਕਿਆ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਮੇਰੀ ਕੀ ਵੈਲਿਊ ਹੈ, ਕੀ ਪਾਇਆ ਮੇਰੀ। ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਆ ਹੋਏਗਾ। ਫਿਰ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ। ਕੀੜਿਆਂ ਵਿੱਚ ਇੱਕ ਨਿੱਕਾ ਜਿਹਾ ਕੀੜਾ, ਇਹ ਮੇਰੀ ਵੈਲਿਊ ਹੋਏਗੀ ਉਸ ਬਾਪੂ ਦੀਆਂ ਨਜ਼ਰਾਂ ਵਿੱਚ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ। ਹੇ ਨਾਨਕ ਆਖ, ਜਿਹੜੇ ਨਿਰਗੁਣ ਆਰੇ ਉਹਨਾਂ 'ਚ ਗੁਣ ਪੈਦਾ ਹੋ ਜਾਂਦੇ ਨੇ, ਅਤੇ ਗੁਣਵੰਤਿਆਂ ਗੁਣ ਦੇ ਜਿਹੜੇ ਗੁਣਵਾਨ ਹੁੰਦੇ ਨੇ ਉਹ ਗੁਣ ਗਾ ਗਾ ਕੇ ਹੋਰ ਗੁਣਾਂ ਦੇ ਖਜ਼ਾਨੇ ਬਣਦੇ ਜਾਂਦੇ ਨੇ। ਪਰ ਕਹਿੰਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਉਹਦੇ ਵਰਗਾ ਦੂਜਾ ਕੋਈ ਨਹੀਂ ਸੁਝਦਾ ਜਿਹਦੇ ਨਾਲ ਜੁੜ ਕੇ, ਜਿਹਦੇ ਨਾਲ ਸਾਂਝ ਪਾ ਕੇ ਮੈਂ ਆਪਣੇ ਵਿੱਚ ਗੁਣ ਪੈਦਾ ਕਰ ਸਕਾਂ। ਉਹ ਗੁਣੀ ਨਿਧਾਨ ਮਾਲਕ ਜਿਹਦਾ ਅਸੀਂ ਹਿੱਸਾ ਵਾਂ, ਜਿਹਦਾ ਅਸੀਂ ਰੂਪ ਵਾਂ, ਆਓ ਆਪਣੇ ਵਿੱਚ ਉਹ ਗੁਣ ਪੈਦਾ ਕਰੀਏ, ਉਹ ਚੰਗਿਆਈ ਪੈਦਾ ਕਰੀਏ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜੀਅ ਸਕੀਏ। 7 ਨੰਬਰ
ਇਹ ਪੌੜੀ ਜਿਹੜੀ ਜਪ ਬਾਣੀ ਦੀ ਆਪਾਂ ਵਿਚਾਰ ਸਾਂਝੀ ਕੀਤੀ ਹੈ। ਪਿਛਲੀ ਪੌੜੀ ਵੀ ਇਹਦੇ ਨਾਲ ਜੋੜ ਕੇ ਵੇਖਣਾ। ਗੁਰੂ ਸਾਹਿਬ ਨੇ ਇੱਦਾਂ ਇੱਕ ਇੱਕ ਪੌੜੀ ਵਿੱਚ ਵਿਚਾਰ ਦਿੰਦੇ ਗਏ, ਅੱਗੇ ਗੱਲ ਤੋਰਦੇ ਗਏ ਤਾਂ ਕਿ ਗੱਲ ਸਾਨੂੰ ਸਮਝ ਆ ਸਕੇ। ਆਓ ਭਾਗਾਂ ਵਾਲਿਓ, ਜਿੱਥੇ ਤੁਸੀਂ ਆਪਣੇ ਘਰਾਂ 'ਚ ਬੈਠ ਕੇ ਬਾਣੀ ਦਾ ਨਿਤਨੇਮ ਕਰਦੇ ਹੋ, ਪੜ੍ਹੋ, ਅਰਥ ਭਾਵ ਸਮਝੋ ਅਤੇ ਆਪਣੀ ਜ਼ਿੰਦਗੀ 'ਚ ਰੋਜ਼ ਗੁਣਾਂ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰੋ। ਗੁਣ ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਧਾਰਨ ਕਰਾਂਗੇ ਤਾਂ ਸਾਡਾ ਜੀਵਨ ਖੂਬਸੂਰਤ ਬਣੇਗਾ। ਸਾਰਿਆਂ ਦਾ ਧੰਨਵਾਦ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਅਦਬ ਸਤਿਕਾਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।